जियो पिंड सब तेरा, कहो नानक सब तेरी वडियाई। कोई नाऊ ना जाने मेरा, सो कहो टल गुर सेविया। अहनिस सहज सुभाए, दर्शन परसै गुरु कै। जन्म मरण दुख जाय, होवै शिव तुख संबंधी। नूर अरसों कुरसों चट्टिया, तुद डिठै सच्चे पातशाह। मल जन्म जन्म दी कट्टी है, सज्जन सच्चा पातशाह। सिर साहां दे शाह, जिस पास बैठिया सोही है। सबना दा वेसा, वाहिगुरु जी। पैरों महला तीजा, मन मुख दुविधा सदा है रोगी। रोगी सगल संसारा, गुरमुख बूझह रोग गवावें। गुर शब्दी विचारा, मन मुख दुविधा सदा है रोगी। रोगी सगल संसारा, गुरमुख बूझह रोग गवावह। गुर शब्दी विचारा, हर जियो सतसंगत मेलाए। नानक तिसनो दे वडियाई। जो राम नाम चित लाए, रहाओ। ममता काल सब रोग व्यापे, तिन जम की है सिरकारा। गुरमुख प्राणी जम नेड़ न आवे, जिन हर राखिया उर तारा। जिन हर का नाम न गुरमुख जाता, से जग में काहे आया। गुर की सेवा कदे
ਗੁਰਬਾਣੀ ਸੁਖ ਪਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ, ਜ਼ਾਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ, ਸਰਬ ਸੁੱਖਾਂ ਦੇ ਦਾਤੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਹਰ ਜਸ ਸਰਵਣ ਕਰ ਰਹੇ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਜੋ ਹਰ ਰੋਜ਼ ਆਪ ਜੀ ਕਥਾ ਵਿਚਾਰ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਪਵਿੱਤਰ ਅਮੋਲ ਵਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਾਨੂੰ ਜੋ ਗਿਆਨ ਬਖਸ਼ਿਸ਼ ਕੀਤਾ ਹੈ ਕਿ ਦੁਨੀਆ ਦੇ ਲੋਕ ਦੁਬਿਧਾ 'ਚ ਪੈ ਕੇ ਰੋਗੀ ਨੇ ਔਰ ਇਹਨਾਂ ਰੋਗਾਂ ਕਰਕੇ ਬੜੇ ਦੁਖੀ ਨੇ। ਇਸ ਰੋਗ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਸਤ ਸੰਗਤ। ਸਤ ਸੰਗਤ ਵਿੱਚ ਆ ਕੇ ਮਨੁੱਖ ਜਦੋਂ ਗੁਰੂ ਕੇ ਬਚਨਾਂ ਨਾਲ ਜੁੜਦਾ ਹੈ, ਉਹਦੇ ਅੰਦਰੋਂ ਦੁਬਿਧਾ ਮਿਟਦੀ ਹੈ। ਸਤ ਸੰਗਤ ਹੈ ਹੀ ਦੁਬਿਧਾ ਮੇਟਣ ਦੇ ਲਈ ਹੈ। ਦੁਬਿਧਾ ਤੋਂ ਦੂਰ ਹੋਣ ਦਾ ਹੋਰ ਕੋਈ ਤਰੀਕਾ ਨਹੀਂ ਹੈ। ਦੁਬਿਧਾ ਦਾ ਅਰਥ ਇਹ ਹੈ ਕਿ ਸਾਡਾ ਮਨ ਕਦੀ ਇੱਧਰ ਕਦੀ ਇੱਧਰ ਡਾਵਾਂ ਡੋਲ ਰਹਿੰਦਾ ਹੈ। ਦੁਨੀਆ ਵਾਲੇ ਬੰਨੇ ਵੀ, ਰੱਬ ਵਾਲੇ ਬੰਨੇ ਵੀ, ਹਰ ਥਾਂ 'ਤੇ ਹਮੇਸ਼ਾ ਇਹ ਭਟਕਦਾ ਰਹਿੰਦਾ ਹੈ। ਇਸ ਮਨ ਨੂੰ ਟਿਕਾਉਣ ਦਾ ਸਾਧਨ ਹੈ ਸਤ ਸੰਗਤ। ਇਸ ਮਨ ਨੂੰ ਟਿਕਾਉਣ ਦਾ ਸਾਧਨ ਹੈ ਸਤ ਸੰਗਤ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਨਾਲ ਮਨ ਨੂੰ ਜੋੜਨਾ। ਸਤ ਸੰਗਤ ਵਿੱਚ ਆਉਣ ਦਾ ਅਰਥ ਇਹ ਹੈ ਗੁਰੂ ਕੇ ਸ਼ਬਦ ਨਾਲ ਜੋੜਨਾ। ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕਰਕੇ ਸਾਨੂੰ ਇਸ ਸਤ ਸੰਗਤ ਦੀ ਮਹਾਨ ਦਾਤ ਬਖਸ਼ਿਸ਼ ਕੀਤੀ ਹੈ। ਕਿਸੇ ਵੀ ਮਤ ਮਜ਼ਹਬ ਦੇ ਅੰਦਰ ਏਡੇ ਵੱਡੇ ਪੱਧਰ 'ਤੇ ਇਹ ਦਾਤ ਪ੍ਰਾਪਤ ਨਹੀਂ ਹੈ ਜੋ ਸਾਨੂੰ ਪ੍ਰਾਪਤ ਹੈ। ਪਰ ਅਸੀਂ ਵੀ ਦਰਅਸਲ ਸਹਿਜੇ ਸਹਿਜੇ ਉਸੇ ਮਾਰਗ 'ਤੇ ਚੱਲਣੇ ਸ਼ੁਰੂ ਹੋ ਗਏ। ਸਤ ਸੰਗਤ ਦੀ ਜੋ ਮਹਾਨਤਾ ਹੈ, ਜੋ ਵਡਿਆਈ ਹੈ, ਉਹਦੇ ਬਾਰੇ ਗਿਆਨਵਾਨ ਆਪਾਂ ਹੈ ਨਹੀਂ ਹਾਂ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਤ ਸੰਗਤ ਦੀ ਬੇਅੰਤ ਮਹਿਮਾ ਗਾਇਨ ਕੀਤੀ ਹੈ। ਗੁਰੂ ਕੇ ਪਾਵਨ ਬਚਨ ਰੋਜ਼ ਪੜ੍ਹਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਸਤ ਸੰਗਤ ਨਾਲ ਜੁੜ ਗਏ, ਮਿਲ ਗਏ, ਉਹ ਤਰ ਗਏ। ਤਰ ਗਏ ਦਰਦ ਕਿ ਉਹਨਾਂ ਦੀ ਸੁਰਤ ਦੁੱਖਾਂ ਤੋਂ ਬਾਹਰ ਨਿਕਲ ਗਈ, ਚਿੰਤਾਵਾਂ ਤੋਂ, ਵਿਕਾਰਾਂ ਤੋਂ, ਬੁਰਾਈਆਂ ਤੋਂ ਮੁਕਤ ਹੋ ਗਏ। ਨਹੀਂ ਤੇ ਸਾਡੀ ਸੁਰਤ ਜਿਹੜੀ ਨਿਤ ਔਗਣਾਂ 'ਚ, ਬੁਰਾਈਆਂ 'ਚ, ਵਿਕਾਰਾਂ 'ਚ ਗੋਤੇ ਖਾਂਦੀ ਰਹਿੰਦੀ ਹੈ। ਜਿਹੜੇ ਸਤ ਸੰਗਤ ਨਾਲ ਜੁੜ ਗਏ, ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਪਰਮ ਪਦਵੀ ਮਿਲ ਗਈ। ਗੁਰੂ ਦੀ ਕਿਰਪਾ ਸਦਕਾ ਉਹਨਾਂ ਦੇ ਜਿਹੜਾ ਅੰਦਰ ਮਨ ਸੁੱਕਿਆ ਸੀ ਨਾ, ਜਿਵੇਂ ਕਿਸੇ ਦਰਖਤ ਨੂੰ ਪਾਣੀ ਨਾ ਮਿਲੇ ਤੇ ਉਹ ਸੁੱਕ ਜਾਂਦਾ ਹੈ, ਉਹਨੂੰ ਕੋਈ ਪੱਤੇ, ਕੋਈ ਫੁੱਲ, ਕੋਈ ਉਹਨੂੰ ਫਲ ਲੱਗਦਾ ਨਹੀਂ ਹੈ। ਕਿਵੇਂ ਜਦੋਂ ਅਸੀਂ ਵਾਹਿਗੁਰੂ ਨਾਲੋਂ ਟੁੱਟਦੇ ਹਾਂ, ਰੱਬੀ ਗੁਣਾਂ ਨਾਲੋਂ ਟੁੱਟਦੇ ਹਾਂ, ਅੰਦਰੋਂ ਸੁੱਕ ਜਾਂਦੇ ਹਾਂ, ਅੰਦਰ ਸਾਡੇ ਕੋਈ ਫਲ ਨਹੀਂ ਲੱਗਦਾ, ਕੋਈ ਗੁਣ ਪੈਦਾ ਨਹੀਂ ਹੁੰਦਾ। ਜਿਵੇਂ ਧੇਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਗਊ ਦੁੱਧ ਨਾ ਦੇਵੇ ਤੇ ਕਿਸੇ ਅਰਥ ਨਹੀਂ ਹੈ। ਖੇਤੀ 'ਚ ਦਾਣੇ ਨਾ ਹੋਣ ਤੇ ਕਿਸੇ ਅਰਥ ਨਹੀਂ ਹੈ। ਮਨੁੱਖ ਦੇ ਅੰਦਰ ਰੱਬੀ ਗੁਣ ਨਾ ਹੋਣ ਤੇ ਮਨੁੱਖ ਵੀ ਸੁੱਕਿਆ ਹੋਇਆ, ਖੇਤੀ ਦੀ ਨਿਆਈ, ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਦੋਂ ਅੰਦਰ ਵਾਹਿਗੁਰੂ ਜੀ ਦਾ ਪਿਆਰ ਪੈਦਾ ਹੋਏਗਾ, ਸਾਡੇ ਅੰਦਰ ਰੱਬੀ ਗੁਣ ਪੈਦਾ ਹੋਣਗੇ। ਇਹ ਜ਼ਿੰਦਗੀ ਦੀ ਸਫਲਤਾ ਹੈ।
ਸਾਹਿਬ ਜੀ ਕਹਿੰਦੇ ਜਿਹੜੇ ਸਤ ਸੰਗਤ ਨਾਲ ਜੁੜ ਕੇ ਸੂਕੇ ਕਾਸ਼ਟ ਹਰਿਆ, ਉਹ ਸੁੱਕੇ ਹੋਏ ਦਰਖਤ ਜਿਹੜੇ ਸਨ ਅੰਦਰੋਂ ਐਨ ਕਠੋਰ ਦਿਲ ਲੋਕ, ਉਹ ਹਰੇ ਭਰੇ ਹੋ ਗਏ। ਪਿਆਰ ਦੇ ਨਾਲ ਜੁੜ ਕੇ ਅੰਦਰੋਂ ਗੁਣਾਂ ਦੇ ਨਾਲ ਪ੍ਰਫੁੱਲਤ ਹੋ ਗਏ। ਸਤ ਸੰਗਤ ਦੀ ਮਹਾਨਤਾ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਚ ਬੇਅੰਤ ਬਿਆਨ ਕੀਤੀ ਹੈ। ਇੱਕ ਥਾਂ ਦੇ ਬੜੇ ਸੋਹਣੇ ਬਚਨ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜਿਵੇਂ ਬੇੜੀ ਤੇ ਚਾੜ ਕੇ ਮਲਾਹ ਪੂਰਾਂ ਦੇ ਪੂਰ ਦਰਿਆ ਤੋਂ ਪਾਰ ਕਰ ਦਿੰਦਾ, ਜਿਵੇਂ ਮਹੱਲੇ ਦੇ ਅੰਦਰ ਇੱਕ ਪਹਿਰੇਦਾਰ ਕਈ ਘਰਾਂ ਦੀ ਰਾਖੀ ਕਰਦਾ, ਜਿਵੇਂ ਇੱਕ ਲੜਕੇ ਨੂੰ ਵਿਆਹੁਣ ਜਾਈਏ ਤੇ ਕਿੰਨੇ ਬਰਾਤੀਆਂ ਦੀ ਆਓ ਭਗਤ ਹੋ ਜਾਂਦੀ ਹੈ, ਜਿਵੇਂ ਬਾਦਸ਼ਾਹ ਇੱਕ ਚੰਗਾ ਹੋਏ ਤੇ ਉਹਦੇ ਰਾਜ ਕਿੰਨੀ ਮੁਲਕ ਪ੍ਰਜਾ ਜਿਹੜੀ ਸੁਖੀ ਵਸਦੀ ਹੈ, ਜਿਵੇਂ ਇੱਕ ਕਮਾਂਡਰ ਹੁੰਦਾ, ਸੈਨਾਪਤੀ ਹੁੰਦਾ ਤੇ ਬੇਅੰਤ ਸਿਪਾਹੀਆਂ ਦੀ ਉਹ ਕਮਾਂਡ ਕਰਦਾ, ਤਿਵੇਂ ਸਤ ਸੰਗਤ ਹੈ ਸਾਡੀ ਜ਼ਿੰਦਗੀ ਦੇ ਅੰਦਰ। ਭਾਈ ਸਾਹਿਬ ਜੀ ਦੇ ਬਚਨ ਕਿ ਬੇੜੀ ਚਾੜ ਲੰਘਾਏਂਦਾ ਬਾਹਲੇ ਪੂਰ ਮਾਨਸ ਮੋਹਾਣਾ, ਆਗੂ ਇੱਕ ਨਿਭਾਏਂਦਾ ਲਸ਼ਕਰ ਸੰਗ ਸ਼ਾਹ ਸੁਲਤਾਨਾ, ਲਾੜਾ ਇੱਕ ਵਿਆਹੀਏ ਬਾਹਲੇ ਜਾਂਜੀ ਕਰ ਮਹਿਮਾਨਾ, ਫਿਰੇ ਮਹੱਲੇ ਪਹਰੂ ਹੋਏ ਨਿਚਿੰਦ ਸਭਨ ਪ੍ਰਧਾਨਾ, ਬਾਦਸ਼ਾਹ ਇੱਕ ਮੁਲਕ ਦਾ ਹੋਰ ਪ੍ਰਜਾ ਹਿੰਦੂ ਮੁਸਲਮਾਨਾ, ਸਤਿਗੁਰ ਸੱਚੇ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ। ਸਾਡੇ ਸਤਿਗੁਰੂ ਜੀ ਨੇ ਬਿਲਕੁਲ ਐਵੇਂ ਜਿਵੇਂ ਬੇੜੀ ਤੇ ਚਾੜ ਕੇ ਮਲਾਹ ਲੋਕਾਂ ਨੂੰ ਦਰਿਆ ਤੋਂ ਪਾਰ ਕਰਦਾ, ਸਾਨੂੰ ਸਤ ਸੰਗਤ ਦਿੱਤੀ ਹੈ ਕਿ ਅਸੀਂ ਸਤ ਸੰਗਤ ਦੀ ਬੇੜੀ ਤੇ ਬੈਠ ਕੇ ਇਹ ਦੁਨੀਆ ਦੇ ਭਉ ਸਾਗਰ ਤੋਂ ਪਾਰ ਉਤਰ ਜਾਈਏ। ਔਰ ਸਤ ਸੰਗਤ ਨੇ ਬੇਅੰਤ ਲੋਕਾਂ ਨੂੰ ਪਾਰ ਉਤਾਰਿਆ। ਜਿਵੇਂ ਇੱਕ ਕਮਾਂਡਰ ਲੋਕਾਂ ਦੀ ਅਗਵਾਈ ਕਰਦਾ ਹੈ, ਸਤ ਸੰਗਤ ਸਾਡੇ ਜੀਵਨ ਦੀ ਅਗਵਾਈ ਕਰਦੀ ਹੈ। ਜਿਵੇਂ ਇੱਕ ਪਹਿਰੇਦਾਰ ਲੋਕਾਂ ਦੇ ਘਰਾਂ ਦੀ ਰੱਖਿਆ ਕਰਦਾ ਹੈ, ਸਤ ਸੰਗਤ ਸਾਡੇ ਜੀਵਨ ਦੀ ਰਖਵਾਲੀ ਹੈ। ਜਦੋਂ ਅਸੀਂ ਸਤ ਸੰਗਤ ਵਿੱਚ ਆ ਜਾਂਦੇ, ਸੁਰਤ ਸ਼ਬਦ ਨਾਲ ਜੁੜ ਜੇ, ਕੋਈ ਚਿੰਤਾ ਕੋਈ ਵਿਕਾਰ ਸਾਡੇ ਤੇ ਭਾਰੂ ਨਹੀਂ ਹੋ ਸਕਦਾ, ਕੋਈ ਚੋਰ ਸਾਡੇ ਅੰਦਰਲੇ ਧਨ ਨੂੰ ਚੁਰਾ ਨਹੀਂ ਸਕਦਾ। ਸਤ ਸੰਗਤ ਸਾਡੇ ਆਤਮਿਕ ਗੁਣਾਂ ਦੀ ਰਖਵਾਲੀ ਹੈ। ਆਤਮਿਕ ਗੁਣਾਂ ਨੂੰ ਬਚਾਉਣ ਦੇ ਲਈ ਜਾਂ ਆਪਣੀ ਆਤਮਿਕ ਪੂੰਜੀ ਨੂੰ ਬਚਾਉਣ ਦੇ ਲਈ ਸਤ ਸੰਗਤ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ। ਜੇ ਕੋਈ ਕਹੇ ਕਿ ਮੈਂ ਭੋਰੇ 'ਚ ਵੜ ਕੇ ਬਚਾ ਲਵਾਂਗਾ, ਉੱਥੇ ਵੀ ਹੰਕਾਰ ਦਾ ਚੋਰ ਆ ਕੇ ਵੜ ਹੀ ਜਾਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਤ ਸੰਗਤ ਇਵੇਂ ਹੈ ਜਿਵੇਂ ਬਾਦਸ਼ਾਹ ਹੁੰਦਾ ਤੇ ਉਹਦੇ ਮੁਲਕ ਵਿੱਚ ਲੋਕ ਸੁਖੀ ਵਸਦੇ ਨੇ। ਸਤ ਸੰਗਤ ਨੂੰ ਸਤਿਗੁਰੂ ਜੀ ਨੇ ਸਰੋਵਰ ਦੇ ਨਾਲ ਵੀ ਤੁਲਨਾ ਦਿੱਤੀ ਹੈ। ਜੋ ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੇ। ਸਤ ਸੰਗਤ ਉਹ ਸਰੋਵਰ ਹੈ ਜਿਹੜਾ ਅਮੋਲਕ ਹੀਰਿਆਂ ਮੋਤੀਆਂ ਦੇ ਨਾਲ ਭਰਿਆ ਹੋਇਆ ਹੈ। ਗੁਰਦੇਵ ਕਹਿੰਦੇ ਕਿ ਜਿਹੜੇ ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਗਏ, ਉਹ ਗੁਰਮੁਖ ਬਣ ਗਏ। ਉਹ ਤੇ ਆਉਣ ਜਾਣ ਦੇ ਗੇੜ ਤੋਂ ਮੁਕਤ ਹੋ ਗਏ। ਨਹੀਂ ਤੇ ਸਾਰਾ ਸੰਸਾਰ ਦੁਬਿਧਾ ਵਿੱਚ ਰੋਗੀ ਹੈ, ਦੁਖੀ ਹੈ, ਭਟਕ ਰਿਹਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਸਤ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਸਾਨੂੰ ਆਤਮਿਕ ਤੌਰ ਤੇ ਉੱਚੇ ਉੱਠ ਕੇ ਸੁਖ ਪ੍ਰਾਪਤ ਕਰਨ ਦੀ ਜੋ ਪ੍ਰੇਰਣਾ ਕੀਤੀ ਹੈ। ਬੰਦਾ ਜੋ ਚਾਹੇ ਉਹਨੂੰ ਮਿਲ ਸਕਦਾ ਹੈ। ਕੁਝ ਵੀ ਮਨੁੱਖ ਦੇ ਲਈ ਚੀਜ਼ ਦੁਰਲਭ ਨਹੀਂ ਹੈ, ਕੋਈ ਵੀ ਚੀਜ਼ ਨਾਮੁਮਕਿਨ ਨਹੀਂ ਹੈ। ਜੋ ਚਾਹੇ ਇਹਨੂੰ ਮਿਲ ਸਕਦਾ ਹੈ, ਪਰ ਉਹਦੀ ਇੱਕ ਯੁਗਤ ਹੈ ਕਿ ਮਨੁੱਖ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ। ਸਤਿਗੁਰੂ ਜੀ ਇਹ ਬਖਸ਼ ਜੋ ਸਾਡੇ ਤੇ ਕਾਰੇ ਨੇ, ਆਓ ਆਪਾਂ ਮਨ 'ਚ ਤੇ ਇਕਾਗਰ ਹੋ ਕੇ ਗੁਰੂ ਸਾਹਿਬ ਜੀ ਦੇ ਇਹ ਅਨਮੋਲ ਬਚਨ ਵਿਚਾਰੀਏ। ਸੁਰਤ ਗੁਰੂ ਚਰਨਾਂ ਨਾਲ ਜੋੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੈਰੋਂ ਮਹਿਲਾ ਤੀਜਾ। ਮਨਮੁਖ ਦੁਬਿਧਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ। ਇਹ ਪਾਵਨ ਬਚਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਭੈਰੋਂ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 1130 ਤੇ ਸੁਭਾਇਮਾਨ ਨੇ। ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਕਿ ਹਰ ਜੀਓ ਸਤ ਸੰਗਤ ਮੇਲਾਏ, ਨਾਨਕ ਤਿਸਨੋ ਦੇ ਵਡਿਆਈ, ਜੋ ਰਾਮ ਨਾਮ ਚਿਤ ਲਾਏ। ਵਾਹਿਗੁਰੂ ਜੀ ਮੈਨੂੰ ਜ਼ਿੰਦਗੀ ਅੰਦਰ ਸਤ ਸੰਗਤ ਦੇ ਨਾਲ ਮਿਲਾ ਦਿਓ।
ਸਤ ਸੰਗਤ ਵਿੱਚ ਆਉਣ ਦਾ ਮਨੋਰਥ ਕਿ ਅਸੀਂ ਗੁਰਮੁਖ ਬਣ ਸਕੀਏ। ਜ਼ਿੰਦਗੀ ਦਾ ਮਕਸਦ ਗੁਰਮੁਖ ਬਣਨਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕਿ ਓੰਗ ਗੁਰਮੁਖ ਕੀਓ ਆਕਾਰਾ। परमात्मा ने ये जड़ा संसार रचिया है, सृष्टि बनाई है, ये मनुख दे गुरमुख बनने लई बनाई है। ते गुरमुख बनन दा अस्थान है सतसंगत। जेड़े सतसंगत नाल आ गए वो परमात्मा दे प्यार जुड़ गए। गुरमुख दर जेड़े वाहिगुरू दे सन्मुख हो गए, वाहिगुरू दी रजा च विचरन लग पे। पर जेड़े नहीं आए, गुरुदेव कहंदे जो सतगुर सरन संगत नहीं आए, त्रिग जीवे त्रिग जी वास। जिन हर जन सतगुर संगत पाई, तिन धुर मस्तक लिखिया लिखास। धन धन सतसंग जित हरस पाया, मिल जन नानक नाम परगास। जेड़े सत संगत विच आ गए उन्हां नूं धन धन किया, सतसंगत दी वडियाई कीती है। सतसंगत विच आके परमात्मा दे प्यार च जुड़ जांदा है बंदा। मन नूं टिकाउण दे लई सब तो उत्तम साधन सतसंगत अते गुरु का शब्द है। बाबा फरीद साहब जी ने अपनी अमृत रचना च एक बचन किया, बंदा इकल्ला होए तुरिया जाए, रस्ते च कई तरह के उन्होंने डर व्यापदे, कोई रुकावट आ जाए बंदा सोचेगा मैं पार करा कि ना करा, नहीं कर सकांगा, हौसला ही नहीं पैंदा उहदा। पर जदों बंदा काफले नाल मिल के चले, काफले दे नाल, उदों तगड़ियां वल देख के कमजोरां दा भी हौसला वध जांदा है, उन्हां च भी हिम्मत जाग पैंदी है। शैल लंघंदे पार गोरी मन धीरिया। शैल दा अर्थ जिहड़े बांके जवान लोग ने, जदों वो किसी मुसीबत नूं दुख नूं पार कर लैण, उन्हां वल देख के दूसरियां दे मन च भी धीरज आ जांदा है, कमजोरां दे अंदर ही हौसला जाग पैंदा है। सत संगत विच बैठ के साडे अंदर भी परमात्मा नूं मिलण दे लई चाओ पैदा हुंदा है। सत संगत विच बैठ के असीं भी वाहिगुरू जी दे रंग च रंगे जाने हैं। सत संगत दी एडी वड्डी वडियाई देखो, मनुख दे उपर ते प्रभाव पैना ही है संगत दा। जिहो जी संगत बंदा करेगा उहो जिहा उहदा सुभाव बन जाएगा। कुछ संगत विच माड़ी संगत विच जावांगे तो उहदा भी असर पएगा, चंगी संगत विच जावांगे तो उहदा प्रभाव यकीनन पएगा। पर उत्थे शर्त है कि जिन्ना ऐन मन लगा के माड़ी संगत जाने आ, इन्ना ही मन ला के किते सत संगत विच आईए। माड़ी संगत माड़े स्थान बड़े ने कदी कोई देखिया तुसी? कोई बंदा सिनेमे हाल जाए तो परिक्रमा करके आ जाए आनंद आ गया, या सिनेमे हाल नूं मत्था टेक के आ जाए कि आनंद आ गया, कदी देखिया तुसी? कोई बंदा जूए खाने नूं मत्था ही टेक के आ जाए, उत्थे तो बंदा बैठ के उठण नूं जी नहीं करदा उहदा। इवें सिनेमे हाल च जाके बंदा कहंदा ऐ 3 घंटे पूरे बतीत करांगे तां ही गल होणी, विच कोई बोले भी ना, कोई डिस्टर्ब ना करे। इवें ही आपां देखदे नशियां दे घरां च बंदा जांदा, उत्थे देखिया कदी कोई मत्था टेके वापस आ जाए? ये सिर्फ रब दे नां ते मनुख ने एक खेड जी बनाई है कि चलो गए मत्था टेकिया, रब इवें ही खुश हो जाएगा। जिवें आपां उन्हां थावां ते मन लगा के जाने आ, तिवें जदों सत संगत विच मन लगा के आवांगे, सत संगत विच साडी सुरत जुड़ेगी, फिर यकीनन साडा पार उतारा हो जाएगा। कोई दुख साडे ते भारू हो ही नहीं सकेगा। साहब जी कहंदे हार जीओ सत संगत मेलाए, वाहिगुरू जी मेरे ते बख्शिश करो, मैनू सत संगत नाल मिला लो। नानक तिसनो दे वडियाई, जो राम नाम चित लाए। गुरुदेव कहंदे हे भाई, वाहिगुरू उस मनुख नूं वडियाई दिंदा है जिहड़ा सत संगत राही अपने चित नूं रब दे नाम नाल जोड़ लैंदा है। जो साडा चेता है इनू जिस बन्ने लगाओगे उन्ने महान तुसी बन जाओगे। बाबा कबीर साहब जी ने मन नू चित नू पंछी दे नाल तुलना देती है। कबीर मन पंखी भयो उड उड दह दिस जाए, जो जैसी संगत मिले सो तैसो फल खाए। मन पंछी दी नहीं आई है, ये 10 दिशावां च भटकदा रहिंदा है। जिहो जी इनू संगत मिलेगी, जिहो जे दरख्त ते बैठ जाएगा उहो जे फाले खाएगा, उत्थों उही कुछ मिलेगा। जे सत संगत विच आ गया, सत संगत विच ते केवल नाम दी गल है। सत संगत विच नाम तो बिना होर कोई गल है ही नहीं, तां ही इनू सत संगत किया जांदा है।
सत संगत कोई ये नहीं कि बहुत बड़ा इकट्ठ होए तो सत संगत है। दो रब दे प्यारे भी मिल के बैठ के सच की गल कर लैन, वो भी सत संगत है। एक सिख दोए साध संगत, दो सिख भी मिल जान, रब दे प्यारे मिल जान, घर च बैठ के पति पत्नी भी रब की गल कर लैन, तो वह भी सत संगत ही है। घर च भी सत संगत है। जिथे भी तुसी सच की गल कर लोगे, परमात्मा की गल कर लोगे, उत्थे सत संगत बन जाएगी। साहब जी कहते जेड़े सत संगत विच आके अपने चित्त नूं परमात्मा के नाम विच जोड़ लेंदे ने, वाहिगुरु उन्हां नूं वडियाई दे दिंदा है, महान बना दिंदा है, उच्चे उठा दिंदा है। सतगुरु जी ने आरंभ तो बचन कहे कि मनमुख दुबदा सदा है रोगी, रोगी सगल संसारा। मन दी मत मगर चलन वाला प्राणी जिहड़ा है ना, वो हमेशा दुबदा करके रोगी रहिंदा है, दुबदा च पिया रहिंदा है। दुबदा भी एक रोग है। जिन्ना चिर बंदा मन मत वरतेगा, उन्ना चिर वो दुबदा विच ही रहेगा, दुचित्तेपण च रहेगा। भाई गुरदास जी ने अपनी रचना च एक बड़ा प्यारा कवित लिखे है। भाई साहब जी कहते जैसे पवन गवन जैसे गुडिया उड़त रहे, पवन रह तो गुड्डी उड़ ना सकत है। बच्चे पतंग उड़ाउंदे ने, गुड्डी कहते ने उन्होंने। जिन्ना चिर हवा चले उन्ना चिर ही उड़दी है पतंग। जदों हवा रुक जाए तो वह गुड्डी जिहड़ी डिग पैंदी, उदों नहीं उड़ सकती, हवा नालों उड़दी है। कंचन अछुद जो कुठारी ठहरात नाही, छुद पे निचल छब कै शगत है। सोना ਉਹਦੇ अंदर मिलावट होए खोट होए, कहते कुठाली च पाओ तो उत्थे हिलदा रहिंदा है। जदों वो शुद्ध हो जाए फिर वो टिक जाता है, फिर वो हिलदा नहीं है। भाई साहब जी कहते बिल्कुल इदां दुरमत दुबदा भरमत है चतुरकुंट, गुरमत एक टेक मौन ना मगत है। जिन्ना चिर मनुख के अंदर दुरमत है उन्ना चिर दुबदा रहेगी, उन्ना चिर भटकदा रहेगा मनुख का मन। ये जिन्नी बेचैनी है, भटकना है, दुख है, ये साडे अंदर दुबदा है। दुबदा है दुरमत करके, खोटी मत करके। पर जदों गुरमत एक टेक मौन ना भगत है, जदों अंदर गुरमत वस गई, गुरु का ज्ञान वस गया, गुरु की बाणी का उपदेश वस गया, फिर मन ऐन एकाग्र हो जाएगा, टिक जाएगा। मन नूं टिकाउण लई है गुरु का शब्द। सुखमनी साहब जी गुरु के ये पावन बचन असी पढ़ते, ज्यों मंदिर को थम मैं थमन, क्यों गुरु का शब्द मने अस्थमन। हर चीज़ नूं टिकाउण दा कोई ना कोई साधन है, हर चीज़ नूं जोड़न दा कोई ना कोई साधन है। तुसी दुनियावी तौर पर कोई इट्टां नूं जोड़ना तो असी मसाला वरतते हैं, असी कोई कपड़े के दो टुकड़ियां नूं जोड़ना तो सूई धागे दे नाल उहनूं जोड़ लैंदे आ। कागज नूं जोड़ना तो आपां कोई गूंद आदक वरत के उहनूं जोड़ लैंदे। लक्कड़ के टुकड़े जोड़ने उत्थे आपां फेविकोल जोड़दे, होर अजकल बहुत सारे साधन आ गए ने। अपने मन नूं तुसीं परमात्मा के प्यार च जोड़ना है तो उहदे लई गुरु का शब्द है। गुरु का शब्द सूई धागे वांगू काम करता है। गुरु का शब्द जिहड़ा है ये साडी सुरत नूं परमात्मा च जोड़ दिंदा है। गुरु का शब्द मने अस्थंभन, गुरु मन नूं टिकाउण लई, उच्चियां उठाउण लई, रब वाले बन्ने लिजाण लई गुरु का शब्द थमदी नहीं आई है। गुरु का शब्द जिहड़ा, क्योंकि उहदे अंदर परमात्मा दे नाम दी गल है। गुरु का शब्द रतन है, हीरे जित जड़ाओ। गुरु का शब्द रतना दी नहीं आई है, इहदे च हीरे जड़े हुए ने, परमात्मा दे गुणां दे हीरे जड़े हुए ने। जदों तुहाडी सुरत गुरु के शब्द नाल जुड़ गई, उदों तुसीं सहज ही परमात्मा च विलीन हो जाओ। गुरु के शब्द च है ही परमात्मा है, परमात्मा दे गुण ने। इस करके गुरु का शब्द नाल जिस दी सांझ सत संगत विच आके पै गई, उहनूं वाहिगुरू जी ने वडियाई देती। पर मनमुख बंदा जिहड़ा है, वो दुबदा च रह के सदा रोगी है। रोगी सगल संसारा। ते सतगुरु गुरु अमरदास जी कहते सारी दुनिया ही रोगी, जिधर नज़र मारो तुसी हर बंदा ही बड़ा रोगी है, दुखी है, परेशान है, दुचित्तेपन च है, भटक रहा है। संसार रोगी नाम दारू महल लागे सच बिना। सारा संसार जिहड़ा दुबदा विच रोगी है। संसार दे लोगां दे दुखां दा कारण ही ये रोग है, ये दुबदा है।
ਹੁਣ ਸਵਾਲ ਇਹ ਹੈ ਕਿ ਦੁਨੀਆ ਦੇ ਰੋਗ ਦੂਰ ਕਰਨ ਲਈ ਡਾਕਟਰ ਨੇ, ਹਕੀਮ ਨੇ, ਦਵਾਈਆਂ ਦਿੰਦੇ ਨੇ, ਇਹ ਜਿਹੜਾ ਮਨ ਦਾ ਰੋਗ ਹੈ ਕਿਵੇਂ ਮਿਟੇਗਾ? ਦੁਬਿਧਾ ਦਾ ਰੋਗ। ਗੁਰਦੇਵ ਕਹਿੰਦੇ ਇੱਥੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਗੁਰੂ ਸਾਡਾ ਪੂਰਨ ਵੈਦ ਹੈ। ਜਦੋਂ ਬੰਦਾ ਗੁਰੂ ਕੋਲ ਆਉਂਦਾ, ਸਤ ਸੰਗਤ ਵਿੱਚ ਆਉਂਦਾ ਹੈ, ਗੁਰਮੁਖ ਬੂਝੈ ਹੈ ਰੋਗ ਗਵਾਵੈ, ਗੁਰ ਸ਼ਬਦ ਹੀ ਵਿਚਾਰਾ। ਗੁਰਮੁਖ ਜਨ ਜੋ ਸਤ ਸੰਗਤ ਵਿੱਚ ਆ ਕੇ ਗੁਰੂ ਕੀ ਮਤ ਨਾਲ ਜੁੜਦੇ, ਉਹਨਾਂ ਨੂੰ ਗੁਰਮੁਖ ਕਿਹਾ ਸਤਿਗੁਰੂ ਜੀ ਨੇ। ਗੁਰਮੁਖ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਨੇ। ਗੁਰਮੁਖ ਦੀ ਪਹਿਚਾਣ ਇਹ ਹੈ ਕਿ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਨੇ। ਤੇ ਜਿਹੜੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ, ਉਹ ਆਪਣੇ ਅੰਦਰੋਂ ਰੋਗ ਨੂੰ ਗਵਾ ਲੈਂਦੇ ਨੇ, ਰੋਗ ਤੋਂ ਮੁਕਤ ਹੋ ਜਾਂਦੇ ਨੇ। ਉਹਨਾਂ ਨੂੰ ਸਮਝ ਲੱਗ ਜਾਂਦੀ ਕਿ ਸਾਡੇ ਰੋਗ ਦਾ ਕਾਰਨ ਕੀ ਹੈ। ਗੁਰਮੁਖਾਂ ਦੀ ਵਡਿਆਈ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਚ ਕੀਤੀ, ਇੱਕ ਥਾਂ 'ਤੇ ਬੜੀ ਪਿਆਰੀ। ਹੰਸ ਹੁੰਦੇ ਨੇ, ਹੰਸ। ਹੰਸ ਕਹਿੰਦੇ ਮਾਨ ਸਰੋਵਰ 'ਤੇ ਜਾਂਦੇ ਮੋਤੀ ਚੁਗਦੇ ਨੇ। ਹੰਸ ਦੀ ਇਹ ਖੂਬੀ ਹੈ, ਕਹਿੰਦੇ ਕਿ ਉਹ ਦੁੱਧ 'ਚ ਚੁੰਝ ਮਾਰੇ ਤੇ ਪਾਣੀ ਵੱਖਰਾ, ਦੁੱਧ ਵੱਖਰਾ ਕਰ ਦਿੰਦਾ ਹੈ। ਹੰਸ ਜਿਹੜਾ ਕਹਿੰਦੇ ਮੋਤੀ ਚੁਗਦਾ ਹੈ, ਹੋਰ ਕੋਈ ਚੁਗਦਾ ਹੀ ਨਹੀਂ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਸਤ ਸੰਗਤ ਨਾਲ ਜੁੜ ਗਏ ਉਹ ਪਰਮਹੰਸ ਬਣ ਜਾਂਦੇ ਨੇ। ਸਤ ਸੰਗਤ ਨਾਲ ਜੁੜ ਗਏ ਉਹ ਪਰਮਹੰਸ ਨੇ। ਭਾਈ ਗੁਰਦਾਸ ਜੀ ਦਾ ਇੱਕ ਬਿੱਤ ਕਹਿਣਗੇ, ਮਾਨ ਸਰ ਹੰਸ ਸਾਧ ਸੰਗਤ ਪਰਮਹੰਸ, ਧਰਮਸਾਲ ਧਰਮ ਤੁਝਾ ਚੱਲ ਆਵੇ। ਦੁਨੀਆ ਦੇ ਲੋਕੋ ਮਾਨ ਸਰੋਵਰ ਤੇ ਰਹਿਣ ਵਾਲਿਆਂ ਨੂੰ ਤੇ ਹੰਸ ਕਿਹਾ ਜਾਂਦਾ ਹੈ, ਪਰ ਜਿਹੜੇ ਸਤ ਸੰਗਤ ਨਾਲ ਜੁੜਦੇ ਇਹ ਪਰਮਹੰਸ ਨੇ। ਪਰਮਹੰਸ ਜਿਹੜੇ ਧਰਮ ਦੀ ਤੁਝਾ ਨੇ, ਧਰਮ ਦੇ ਝੰਡੇ ਨੂੰ ਇਹ ਬੁਲੰਦ ਕਰਦੇ ਨੇ। ਹਰ ਗੁਰਮੁਖ ਜਿਹੜਾ ਉਹ ਧਰਮ ਦਾ ਝੰਡਾ ਹੈ, ਧਰਮ ਦੀ ਤੁਝਾ ਹੈ। ਧਰਮ ਨੂੰ ਧਰਤੀ ਤੇ ਪ੍ਰਗਟ ਗੁਰਮੁਖ ਕਰਦੇ ਨੇ, ਰੱਬ ਦੇ ਪਿਆਰੇ ਕਰਦੇ ਨੇ। ਕਹਿਣ ਲੱਗੇ ਜਿਹੜੇ ਨੇ ਇਹ ਸਤ ਸੰਗਤ ਵਿੱਚ ਆਉਂਦੇ ਧਰਮ ਦੀ ਤੁਝਾ ਨੇ। ਕਿਸੇ ਨੇ ਸਵਾਲ ਕੀਤਾ, ਭਾਈ ਸਾਹਿਬ ਜਿਹੜੇ ਮਾਨ ਸਰੋਵਰ ਤੇ ਹੰਸ ਨੇ ਉਹਨਾਂ ਦੀ ਤੇ ਕੋਈ ਕੁਆਲਿਟੀ ਹੈ? ਜਿਨ੍ਹਾਂ ਨੂੰ ਪਰਮਹੰਸ ਕਹਿਤਾ ਇਹਨਾਂ ਦੀ ਕੀ ਕੁਆਲਿਟੀ ਹੈ? ਕਹਿੰਦੇ ਉਹਨਾਂ ਦੀ ਕੀ ਕੁਆਲਿਟੀ ਹੈ? ਕਹਿੰਦੇ ਉਹਨਾਂ ਦੀ ਕੁਆਲਿਟੀ ਕਿ ਜਿਹੜੇ ਮਾਨ ਸਰੋਵਰ ਤੇ ਨੇ ਉਹ ਕੇਵਲ ਮੋਤੀ ਖਾਂਦੇ ਨੇ। ਭਾਈ ਸਾਹਿਬ ਕਹਿੰਦੇ ਉਹ ਮੋਤੀ ਖਾਂਦੇ ਨੇ, ਇਹ ਕੇਵਲ ਗੁਰਮਤ ਨਾਲ ਜੁੜਦੇ ਨੇ, ਗੁਰੂ ਕੇ ਸ਼ਬਦ ਨਾਲ ਜੁੜਦੇ ਨੇ। ਕਹਿਣ ਲੱਗੇ ਉਤ ਆਹਾਰ ਮੁਕ ਤਾਹਲ ਦੁਤੀਆ ਨਾਸਤ, ਇਤ ਗੁਰ ਸ਼ਬਦ ਸੁਰਤ ਲਿਵ ਲਾਵੇ। ਜਿਹੜਾ ਮਾਨ ਸਰੋਵਰ ਤੇ ਹੈ ਉਹ ਮੋਤੀ ਹੀ ਚੁਗਦਾ ਹੈ, ਹੋਰ ਕੁਝ ਨਹੀਂ। ਪਰ ਜਿਹੜਾ ਸਤ ਸੰਗਤ ਵਿੱਚ ਹੈ ਉਹ ਕੇਵਲ ਗੁਰੂ ਦਾ ਸ਼ਬਦ ਸੁਣਦਾ ਹੈ, ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜਦਾ ਹੈ, ਹੋਰ ਕਿਸੇ ਪਾਸੇ ਸੁਰਤ ਨਹੀਂ ਜਾਣ ਦਿੰਦਾ। ਇਸ ਕਰਕੇ ਪਰਮਹੰਸ ਨੇ। ਕਹਿਣ ਲੱਗੇ ਉਹਨਾਂ ਦੀ ਇੱਕ ਇਹ ਖੂਬੀ ਕਿ ਉਹ ਦੁੱਧ ਵਿੱਚ ਚੁੰਝ ਮਾਰਨ ਤੇ ਪਾਣੀ ਵੱਖਰਾ, ਦੁੱਧ ਵੱਖਰਾ ਕਰਨ ਦੇ, ਦੁੱਧ ਗ੍ਰਹਿਣ ਕਰਨ ਦੇ ਪਾਣੀ ਤਿਆਗ ਦਿੰਦੇ ਨੇ। ਇਹ ਭਾਈ ਸਾਹਿਬ ਕਹਿੰਦੇ ਜਿਹੜੇ ਸਤ ਸੰਗਤ ਵਿੱਚ ਜੁੜਦੇ ਨੇ ਇਹਨਾਂ ਦੀ ਖੂਬੀ ਪਤਾ ਕੀ ਹੈ? ਇਹ ਗੁਰਬਾਣੀ ਰਾਹੀਂ ਇੰਨੇ ਗਿਆਨਵਾਨ ਹੋ ਜਾਂਦੇ ਨੇ ਕਿ ਦੁਨੀਆ 'ਚ ਰਹਿ ਕੇ ਕੇਵਲ ਸੱਚ ਨਾਲ ਜੁੜਦੇ ਨੇ, ਕੂੜ ਨੂੰ ਤਿਆਗ ਦਿੰਦੇ ਨੇ, ਕੇਵਲ ਸੱਚ ਦੇ ਧਾਰਨੀ ਬਣਦੇ ਨੇ। ਕਹਿਣ ਲੱਗੇ ਉਤ ਖੀਰ ਵੀਰ ਨਿਰਵਾਰੋ ਕਹਿ ਬਖਾਨੀਅਤ, ਖੀਰ ਮੈਣਾ ਦੁੱਧ ਨੀਰ ਮੈਣਾ ਪਾਣੀ। ਹੰਸ ਜਿਹੜਾ ਉਹ ਦੁੱਧ ਤੇ ਪਾਣੀ ਨੂੰ ਵੱਖਰੀਆਂ ਵੱਖਰੀਆਂ ਕਰ ਲੈਂਦਾ। ਕਹਿਣ ਲੱਗੇ ਪਰ ਇਤ ਗੁਰਮਤ ਦੁਰਮਤ ਸਮਝਾਵੇ। ਇਹ ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜਿਆ ਪ੍ਰਾਣੀ ਹੈ ਉਹ ਗੁਰਮਤ ਤੇ ਦੁਰਮਤ ਨੂੰ ਸਮਝ ਲੈਂਦਾ ਕਿ ਕਿਹੜੀ ਗੱਲ ਜਿਹੜੀ ਹੈ ਗੁਰੂ ਦੀ ਮਤ ਦੇ ਅਨੁਕੂਲ ਹੈ, ਕਿਹੜੀ ਗੱਲ ਜ਼ਿੰਦਗੀ ਵਿੱਚ ਭਲੇ ਵਾਲੀ ਹੈ, ਕਿਹੜੀ ਗੱਲ ਜ਼ਿੰਦਗੀ 'ਚ ਮੈਨੂੰ ਸੁੱਖ ਦੇਵੇਗੀ ਤੇ ਕਿਹੜੀ ਗੱਲ ਦੁੱਖਾਂ ਦਾ ਕਾਰਨ ਹੈ। ਉਹਨੂੰ ਇੱਥੋਂ ਇੱਕ ਗਿਆਨ ਮਿਲਦਾ ਹੈ। ਤੇ ਸਵਾਲ ਕਰਨ ਵਾਲਾ ਕਹਿਣ ਲੱਗਾ ਦੋਵੇਂ ਤੇ ਗੱਲਾਂ ਇੱਕੋ ਜਿਹੀਆਂ, ਪਰ ਤੁਸੀਂ ਇਹਨੂੰ ਪਰਮਹੰਸ ਕਿਹਾ। ਭਾਈ ਸਾਹਿਬ ਜੀ ਕਹਿਣ ਲੱਗੇ ਇਹਨੂੰ ਪਰਮਹੰਸ ਇਸ ਕਰਕੇ ਕਿਹਾ, ਦੇਖ ਸਰੋਵਰ ਤੇ ਮਾਨ ਸਰੋਵਰ ਤੇ ਹੰਸ ਰਹਿੰਦਾ, ਉਹ ਮੋਤੀ ਚੁਗਦਾ, ਪਰ ਮਾਨ ਸਰੋਵਰ ਤੇ ਬਗਲਾ ਆ ਜਾਏ ਉਹ ਤੇ ਹੰਸ ਨਹੀਂ ਨਾ ਬਣ ਸਕਦਾ। ਉਹ ਤੇ ਕੇਵਲ ਡੱਡੀਆਂ ਹੀ ਉੱਥੋਂ ਲੱਭੇਗਾ ਨਾ, ਉਹ ਤੇ ਕੇਵਲ ਕੀੜੇ ਮਕੌੜੇ ਖਾਏਗਾ ਨਾ। ਕਹਿਣ ਲੱਗੇ ਉਤ ਬਾਗਾ ਹੰਸ ਬੰਸ ਦੁਬਦਾ ਨਾ ਮੇੜ ਸਕੇ। ਜਿਹੜਾ ਮਾਨ ਸਰੋਵਰ ਤੇ ਹੰਸ ਹੈ ਉਹ ਬਗਲੇ ਨੂੰ ਹੰਸ ਨਹੀਂ ਬਣਾ ਸਕਦਾ। ਮਾਨ ਸਰੋਵਰ ਤੇ ਜਾ ਕੇ ਬਗਲਾ ਬਗਲਾ ਹੀ ਰਹੇਗਾ, ਉਹ ਹੰਸ ਨਹੀਂ ਬਣੇਗਾ। ਪਰ ਜਿਹੜੇ ਸਤ ਸੰਗਤ ਵਿੱਚ ਆ ਗਏ ਨਾ, ਇੱਥੇ ਕਾਗ ਰੂਪ ਕਾਗ ਪਾਗ ਸਮ ਰੂਪ ਕਹਿ ਦਿਖਾਵੀ, ਕਾਂ ਵੀ ਚੱਲ ਕੇ ਆ ਜਾਣ। ਕਾਂ ਜਿਹੜੇ ਮਨ ਕਰਕੇ ਵੀ ਕਾਲੇ ਤੇ ਬਾਹਰੋਂ ਵੀ ਕਾਲੇ, ਉਹ ਵੀ ਇੱਥੇ ਆ ਜਾਣ। ਜਿਹੜੇ ਮਨ ਕਰਕੇ ਵਿਕਾਰੀ ਨੇ, ਗੰਦਗੀ ਨਾਲ ਔਗਣਾਂ ਨਾਲ ਬੁਰਾਈਆਂ ਨਾਲ ਜੁੜੇ ਹੋਏ ਨੇ ਮਨ ਕਰਕੇ, ਉਹ ਵੀ ਇੱਥੇ ਆ ਕੇ ਹੰਸ ਬਣ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਕਿਹਾ ਪਰਮਹੰਸ। ਸਤ ਸੰਗਤ ਵਿੱਚ ਪਰਮਹੰਸ ਵਸਦੇ ਨੇ।
गुरुदेव कहते जेड़े सत संगत विच आए गुरु के शब्द नाल जिन्हां ने सुरत जोड़ी उन्होंने समझ आ गई जिंदगी दी ते उन्होंने अपना रोग मिटा लिया। ते गुरुदेव कहते वाहिगुरु जी मेरे ते भी बख्शिश को, हर जियो सत संगत मिलाए, मैनू भी सत संगत नाल मिला लो, जोड़ लो। नानक तिसनो दे वडियाई, जो राम नाम चित लाए। ਜਿਹੜੇ सत संगत विच आके अपना चित नाम नाल जोड़ते ने, प्रभु के प्यार च जुड़ते ने, वाहिगुरु उन्होंने हलत पलत की वडियाई दे दिंदा है। रहाओ ममता काल सब रोग व्यापे, तिन जम की है सिरकारा। सारी दुनिया जिहड़ी है ना वो दुविधा विच है, ते दुविधा करके उहदे अंदर मोह माया की ममता बनी हुई है। ममता का अर्थ है खिच पकड़, जिन्हों आपां कहने आ। सारी दुनिया ममता करके काल दे अधीन है, ये अंदर रोग व्यापिया होया है। सारी दुनिया जिन्ना चिर ममता च दुविधा च विकारां च रहेगी उन्ना चिर इन्हां दे उपर जमां दा हुक्म चलदा रहेगा, जमां दा डंडा खड़कदा रहेगा। सारी दुनिया दे उपर जमां दी सरकार है, जमां दा हुक्म चलदा है। पर जिहड़े रब दे प्यारे ने उन्हां ते जमां दा हुक्म नहीं चलदा, उन्हां ते धर्मराज दा कोई हुक्म नहीं चलदा। गुरबाणी विच सतगुरु जी ने क्लीयर करता है कि धर्मराय नो हुक्म है, वै सच्चा धर्म विचार, दोए पाए दुष्ट आत्मा वो तेरी सरकार। जेड़े दुविधा विच पए हुए लोग ने, दुष्ट लोग ने, उन्हां दे उपर तेरी सरकार दा हुक्म चलना है। पर जेड़े रब दे प्यार चले गए उत्थे ते धर्मराज भी हथ जोड़ के खड़ा हो जाता है, धर्मराज उन्हां दा सेवादार बन जाता है। सतगुरु जी ने अमृत बाणी च बचन के नाम त्याइन साजना, जन्म पदार्थ जीत। नानक धर्म ऐसे चवह कीतो भवन पनीत। ये धर्मराज जिहड़ा है ना उन्हां लोकां लई जिहड़े दुविधा च ने, जिहड़े रोगां च ने, जिहड़े गुरु दे राही परमात्मा दे प्यार विच जुड़ गए। सतगुरु जी कहंदे उन्हां दे अगे नानक धर्म ऐसे चवह कीतो भवन पनीत। उन्हां दे अगे ते धर्मराज हथ जोड़ के खड़ा हो जांदा कि धन भाग तुसीं मेरे कोल आए, मेरा तां घर ही पवित्र कर दिता है। देखो ना दुनियावी तौर पर भी आप देखिए जिहड़े लोग जिंदगी च गलत काम करने वाले ने, चोर ने, होर ने, कई तरह की बिरती वाले लोग ने, माड़ी बिरती वाले, उन्होंने हमेशा ही डर रहिंदा है कानून का, उन्होंने हमेशा डर रहिंदा है पुलिस का। लेकिन जिहड़े जिंदगी च परोपकारी ने, मनुखता की सेवा करने वाले ने, वो तो जिथे भी चल जान वो पुलिस वाले भी हाथ जोड़ के उन्हें अगे खड़े हो जाते हैं। ये तो एक दुनियावी एग्जाम्पल है। जेड़े जिंदगी च औगण करने वाले ने, धर्मराज की गौरमेंट उन्होंने ते है, जमराज उन्होंने लिए है। पर जेड़े गुरु के शब्द राही जिंदगी अंदर रब्बी गुणा के धारणी बन गए, मनुखता की सेवा जुट गए, उन्होंने ते धर्मराज का कोई हुक्म नहीं। धर्मराज तो उन्होंने अगे हाथ जोड़ के खड़ा हो जाता है। बड़ी प्यारी उदाहरण भाई गुरदास जी ने दी है। कहणगे भगत वड्डा राजा जन कह गुरमुख माया विच उदासी। आम असी सुनते कि राजा जनक जी बड़े वड्डे भगत सन, गुरमुख सन, माया विच उदास रहन वाले, राज भागते हुंदियां भी रब की भगती करते सन। कहते जदों वो परलोक नूं चले उन्हां दे प्रथाए कथा सुनते भाई गुरदास जी ने भी चली लिखी है कि जदों वो तुरन लगे तो जिस वेले कहते रस्ते जा रहे ने, जिमें कथा सुन रहे आप कि उन्होंने कन्नी चीक जिहाड़ा पिया तो वह पुछण लगे अपने दूतां नूं, ये की है? कहते जी नरक है जिथे पापियां नूं सजावां मिलदियां ने। गल समझाउण लई बड़ी प्यारी है। कहते मैनूं भी लै चलो उत्थे। आम बंदा डरदा नरकां दे नां तो, सानूं नरकां दे नां ते डराया ने, नरकां दे नां तो डरदा बंदा एवें मथे टेकी चलिया जांदा है, एवें अपनी दसां नौवां दी किरत लुटाई जांदा लोकां अगे डरा डरा के। कहते लै गए, वो डरे नहीं तो धर्मराज नूं कहण लगे इन्हां लोकां ते कानूं तसद्दद कर रहे हैं। कहंदे जी इन्हां पाप कीते, माड़े काम कीते ने, हुण कहण लगे इन्हां दा छुटकारा हो सकदा है? कहंदे जी हो सकदा है, इन्हां दे बदले नाम। ते आपां बचन सुणदे हां कि गहणे धरिओ न एक नाम। एक घड़ी दे सिमरन दे बदले सारे नर खाली करते। धर्मराज ते इन्ना कमजोर है, इन्ना माड़ा है, एक घड़ी दे सिमरन पिछे उन्हें सारी दुनिया आजाद करनी पै गई। ये बड़ समझाउण लई एक बड़ी प्यारी गत है। तुसी एक छिन भी रब दे प्यार च जुड़ जाओगे। बहुता चिर जुड़ो वड्डे भागां वाले। अक्सर मैं बेनती करदा कि हर रोज सवेरे सार उठ के ना 1 मिनट परमात्मा दे प्यार च उदों ही जुड़ जा करो।
जिथों उठदे उस वेले परमात्मा का धन्नवाद करिया करो। 1 मिनट तुसी 1 मिनट भी जुड़ गए ना, तुहाडा सारा दिन ही बड़ा सुखदाई हो जाना है। अज 1 मिनट जुड़ोगे, कल नूं मन इहो जिहा लगेगा तुसी जुड़े ही रहोगे, हर वेले ही जुड़े रहोगे। इस करके ਜਿਹੜੇ रब दे प्यार जुड़ गए, धर्मराज तो उन्होंने अगे हाथ जुड़ के खड़ा हो जाता है। देखो रब दे प्यारे ने कितनी महान गल की, दुनिया जमा के नां ते डरदी, धर्मराज के नां ते डरी बैठी है। साडे सतगुरु जी ने डराया नहीं, साडे सतगुरु जी ने डर कटे है। धर्म दे कोल आके भी जे डरे तो फिर धर्म काहदा है, गुरु कोल आके भी डरे तो गुरु काहदा है। साडे गुरु ने डर कटिया। देखो बाबा कबीर साहब जी के किन्ने प्यारे बचन कह लगे, कबीर मेरी बुद्ध को जम न करे तिसकार, जिन ए जमुआ सिरजिया सो जपिया परवरदगार। कह लगे जेड़ा जम, दुनिया जिस जम तो डरदी है, कहते जी जम की सवारी झोटे ते है। इहो जिहियां कहानियां आम सुनाइयां जांदियां ने डराउण लई लोकां नूं। कह लगे जेड़ा जम है मेरे नेड़े नहीं आ सकदा। ये निका जिहा जमुआ, मामूली जिहा जम, जमुआ का अर्थ कि मामूली जिहा बंदा। जिस परमात्मा ने इस जमे नूं बनाया, मैं ते परमात्मा दे प्यार जुड़ गया ते जम मेरे कोलों डरन लग पिया। सुन कै जम कै दूत नाए तेरा छड़ जाए, ये डरदे भज्जे फिरदे ने जमदूत। साहब जी कहंदे जेड़ा सत संगत विच आ गया उहदे तो तो जम डरन लग पे, पर जेड़े सत संगत च नहीं आए, तिन जम की है सिरकारा, उन्होंने दे उपर जमा का हुक्म चलेगा, सरकार चलेगी। पर गुरमुख प्राणी जम नेड़ न आवे, जिन हर राखिया उर धारा। कह लगे जेड़े गुरमुख गुरु की मत दे धारणी बन गए, उन्होंने दे नेड़े जम आ ही नहीं सकते, उन्होंने जम डरा ही नहीं सकता। जम उन्होंने दे नेड़े नहीं आ सकते, क्योंकि उन्होंने अंदर परमात्मा वसिया। जिथे परमात्मा होएगा जम उत्थे नहीं आएगा। परमात्मा ने तो एक बड़ा तगड़ा सर्कुलर जारी किया है, ऑर्डर जारी किया है। धर्मराज ने अपने दूतां नूं एक ऑर्डर जारी किया है, गुरबाणी का बचन है। कह लगे जह साधु गोबिंद भजन कीर्तन नानक नीत, ना होना तू न छुटे निकट न जाइयो दूत। धर्मराज अपने दूतां नूं कहंदा जिथे साधु जन रब दे प्यारे बैठे होण, ना कीर्तन हो रहा है, कोई रब की गल कर रहा हो, उत्थे ना चले जाओ भुल के। ना हो ना तू न छुटे, जे तुसी चले गए ना तुसी बचोगे ना मैं बचांगा। धर्मराज तो रब दे नां तो इन्ना डरदा है, सानू धर्मराज तो डरने की लोड़ है। वो डरन जेड़े नास्तिक ने, जेड़े रब नाल टुटे ने, जेड़े बुरे काम करने वाले ने, सानू की डरन की लोड़ है। गुरु के सिख नूं धर्मराज तो डरन की लोड़ नहीं है, जमराज तो डरन की लोड़ नहीं। पर होए गुरु का सिख भेखी ना होए। एक बने अखवाए गुरु का सिख ते दुनिया वाली दुनिया नूं खुश कर ली सारे माड़े काम भी करी जाए, फिर तो नहीं ना गल बनती। गुरु कलगीधर पातशाह जी आनंदपुर साहिब जी च बैठे ने, एक सिख ने आके रिपोर्ट दी, कह लगे जी एक सिख सरां च ठहरिया होया है ते उन्होंने को प्रेत चंबड़ गया। प्रेत, सतगुरु जी कहते सिख नूं प्रेत, सिख दे नेड़े ते जमदूत नहीं आ सकता। ये गुरबाणी दे वचन ने, सिख दे नेड़े जमदूत नहीं आ सकता। सुन कै जम कै दूत नाए तेरा छड़ जाए, प्रेत नहीं आ सकता सिख दे नेड़े। कह लगे देखो महाराज तुहाडे सामने चमड़िया होया प्रेत। सतगुरु जी कहने लियाओ उन्होंने। जो लिया गया पुछया गया, कह लगे रोज जपजी साहब पढ़ता, कहते नहीं। हुण जेड़ा अखवाए सिख ते जपजी साहब ही ना पढ़े, जेड़ा अखवाए सिख ते गुरु की गल ही ना सुनी, उदा ही पग मेरे को पोचवी जी बन के कहे जी मैं बड़ा तगड़ा सिख हाँ, उन्होंने तो जमदूत क्यों नहीं छड्डणगे, उत्थे ते चंबड़ी डेरा ही ला के बैठ जाणगे। यही कारण है ना कि बाहरों असीं अपने आप नूं सिੱਖੀ ਸਰੂਪ च विचरदे हां ते दुखों तो मुक्त नहीं हो सकते। गुरु के सिख दे नेड़े कोई दूत नहीं आ सकता, प्रेत नहीं आ सकता। जदों तुसी गुरु की पवित्र बाणी नाल जुड़ोगे, ये गल सच है, यकीन है। गुरु की बाणी च सुरत जोड़ के देखो, आ दुनिया दे जादू टूणे नजरां नुजरां भरम भुलेखे नेड़े नहीं आ सकते। ये गल अजमाई हुई, मैनूं याद है गल पौंटा साहिब रहिंदियां वापरी। उत्थे बड़े जादूगर आउंदे सन, होले महल्ले ते बड़ा तगड़ा मेला लगदा है। उत्थे एक जादूगर आया, जादूगर जिवें करदे ने, एक बंचे नूं रख के अगे उत्ते कपड़ा पा के कदी उहनूं किन्ने मारता, सिर वखरा करदा, 100 खेडां करदे ने। सामने एक बंदा होर बिठाया, 10 जमूरे करदियां। ओहदी जगह ते साडा एक रागी सिंह बैठ गया। पहलां कोई होर सी, उहनूं ठा दित्ता, लेकिन वो जिहड़ा बच्चा जिहड़ा उहने कपड़ा दे के पाया होया सी, कहंदा जी मेरा सिर वखरा करता है। ओहदी जगह ते रागी सिंह दूजी जगह ते बिठा दिता।
वो अपना मंत्र पढ़ता, बच्चे नूं ठीक करने लई हो नहीं रहा, बच्चे नूं ठीक पढ़ने लई मंत्र पढ़ता हो नहीं रहा। कहने लगा जी मेरा किसी ने मंत्र बन दिता है, जिन्हें बन्निया मेरे सामने आए, हुण किसी नूं पता ही कुछ नहीं की वापरिया। ਉਹਦਾ होर उस्ताद सी बंगाल का बड़ा तगड़ा जादूगर, ਉਹਨੇ किया ललकारा मारिया ਜਿਹੜਾ मेरे मंत्र ਨੂੰ मन के बैठा सामने आए, साडे बच्चे की जान खतरे च है, ये मेरी अखी देखी घटना है। कोई नहीं आया, आखिर ਉਹਦੀ नज़र पई सामने रागी सिंह बैठा सी, कहने लगा ਉਹ सरदार ਨੂੰ उठा दिओ, वो पता नहीं की पढ़ रहा, उठा दिओ ਉਹਨੂੰ। ਉਹਨੂੰ उठाया, दूजा बंदा बिठाया, ਉਹਦਾ ਕੰਮ बन गया। ਜਾਂ ਉਹਨੂੰ रागी सिंह पुछਿਆ, ਕਹਿੰਦਾ मैं तो मूल मंत्र पढ़ रहा सी। एक मूल मंत्र सानू साडे सतगुरु जी ने अजिहा मंत्र दिता, दुनिया के सारे मंत्र इहदे अगे फेल हो जाते। दुनिया का कोई मंत्र तुहाडे ते ताकत नहीं कर सकता जे तुसीं गुरु के मूल मंत्र नाल जुड़े हो। गुरबाणी मूल मंत्र की व्याख्या है, गुरबाणी नाल जुड़े हो। दुनिया का कोई नजर, दुनिया का कोई जमदूत, दुनिया का कोई प्रेत, दुनिया का कोई किसी तरह का तुहाडे ते परछावां नहीं पै सकता, पर सुरत गुरबाणी नाल जुड़ी हुई। ये नहीं मुख तो मैं सुगनी साहब पढ़ी जावां ते सुरत मेरी होर ही पासे भड़कदी हो, फलाने थां ते भी जाना मत्था टेकण। सतगुरु साहब जी कहते ने, गुरमुख प्राणी जम नेड़ न आवे, जिन हर राखिया उर धारा। जिन्हां ने वाहिगुरु जी दे नाम नूं अपने अंदर धारण कर लिया, उन्हां गुरमुखां दे नेड़े ते जमदूत नहीं आ सकता। जिन हर का नाम न गुरमुख जाता, से जग में काहे आया। गुरु अमरदास जी कहते हो, जिन्हां ने इस जिंदगी च आके गुरु राही रब दे नाम नाल सांझ ही नहीं पाई, समझिया ही नहीं, वो दुनिया च लैण लई की आए भला, की मकसद उन्हां दा दुनिया च आउण दा। कोई कहेगा जी असीं खाण पीण लई आए हैं, खांदे पींदे ते जानवर भी ने। कोई कहेगा देखो जी असीं बड़े सोहणे कपड़े पाउण लई आए हैं, कपड़े को बहुत सोहणे नहीं ते सवेरे पाओ तो काणां नूं मैले हो जांदे, को बहुत सोहणे नहीं, जिन्ने मर्जी तुसीं पींगे कपड़े पा लो, सवेरे पाओ दोपहर तो बाद फिर पसीने नाल बू आउणी शुरू हो जाती, कोई बहुत वधिया नहीं है। साडे नालों तो वधिया कपड़े पशुओं पंछियों नूं दिते ने। देखो ना पंछी नित सुंदर ही रहिंदे ने, वो किहड़े साबण ला ला के नहाउंदे ने, वो ते सोहणे रहिंदे ने, उन्हां दे कपड़े नित उज्जल ही रहिंदे ने। खाण पीण साडे नालों ओही अगे ने, आपां बहुते अगे नहीं। सानूं ते बाजार चों पता नहीं की मिला मलू के दिता जांदा है, जहर मिला के दित्ती जांदी। जिन्ने ताजे मेवे वो खांदे ने, जिन्ने तंदुरुस्त हो ने। सानू तो पता नहीं 36 प्रकार के रोग लग गए, भयानक भयानक, ते डॉक्टरों को तुरे रहंदे। कभी पशु भी डॉक्टरों को जाते देखे तुसी, कभी पंछी भी देखे तुसी इन्हां रोगों च ग्रस्त। कभी पशुआं पंछियां जंगलों जाके देखो, कभी कोई महामारी आई उत्थे उत्थे तो इदां नहीं होया कि सारे पशु इक्को वारी मर जाण, सारे पशुओं को खतरा। ये तो मनुखता के अंदर है सब कुछ, क्योंकि मनुख रोगी है। मनुख रोगी इस करके कि मनुख अपनी जिंदगी के असली धर्म नालों टुट चुका है। पशु जिहड़े ने वो ठीक है कि मनुख के बराबर नहीं, पर वो अपनी जिंदगी के धर्म नाल जुड़े ने। जे कुत्ता है तो वह कुत्ता ही है, जे कोई होर पशु तो पशु ही है। लेकिन मनुख मनुख नहीं रहा, मनुख तो मनुख हुंदा ही पशु बन गया। करतूत पशु की मानस जात, मनुख मनुख नहीं रहा। इस करके ये दुखी है। सतगुरु साहब जी कहते हैं कि जेड़े इस धरती ते आके गुरु राही परमात्मा के प्यार जुड़े ने, की लैण लई आए ने। इत्थे बच्चा स्कूले जाए पढ़े ना, तो मास्टर कहना जे पढ़ना नहीं तो लैण लई की आए तू इत्थे, जे तू पढ़ना नहीं तो की लैण आउणा इत्थे। हुण बंदा गुरुद्वारे आए, गुरुद्वारे आके घड़ी गुरु कोल बैठे ना, तो उन्हें पुछो की लैण लई आए, कला प्रसाद ही लैण लई आए। गुरुद्वारे आउण दा मकसद यह है कि गुरु की गल सुणीए। गुरुद्वारे आउण दा मकसद है कि कुछ चिर अपने इस भटकदे मन नूं टिकाउण दा अभ्यास करिए। यह सतसंगत मन नूं टिकाउण दे लई एक लैबोरेटरी है, प्रयोगशाला है। ਜਿਹੜਾ सत संगत बैठ के अपने मन ਨੂੰ ਟਿਕਾਉਣਾ सीख गया, वो जिथे जाएगा टिकिया रहेगा, जो मर्जी करी जाए टिकिया रहेगा। पर ਜਿਹੜਾ सत संगत नहीं टिक सकिया, वो किते नहीं टिकेगा। जिन्नियां मर्जी अखां मीट ले, जिन्ने मर्जी दानपन कर ले, जिन्ना मर्जी वो शरीर ਨੂੰ कष्ट दे ले, वो कदी मन ਨੂੰ टिका नहीं सकता। मन ਨੂੰ टिकाउण ਦਾ ਇੱਕੋ ਇੱਕ साधन है सत संगत ਅਤੇ गुरु की बाणी। इस करके सतगुरु साहब जी कहते ने, ਜਿਹੜੇ इस धरती ते आके गुरु राही परमात्मा नूं समझ नहीं सके, नाम नाल जोड़ नहीं सके, की लैण लई आए ने धरती ते। भाव उन्हां दा होना अकारथ है। गुर की सेवा कदे ना कीनी, बिरथा जन्म गवाया। उन्होंने कदी गुरु की सेवा की नहीं। हुण गुरु की सेवा का की अर्थ है? गुरु की सेवा अर्थ ये नहीं कि गुरु के पैर घुट्टी जाओ, क्योंकि जेडे संसारी लोग ने कई पता की कहते हैं, जे तुसीं गुरु की सेवा करनी है फिर तो बंदा गुरु होना चाहिए ना, क्योंकि शब्द गुरु की तुसीं सेवा की करोगे। कहते गुरु ग्रंथ साहिब जी की सेवा करोगे?
ਤੇ ਅਸੀਂ ਵੀ ਉਹਨਾਂ ਦੀ ਸੇਵਾ ਤੋਂ ਨਾ ਇੱਕ ਗੱਲ ਇੱਧਰ ਨੂੰ ਲੈ ਆਂਦੀ ਕਿ ਉਹ ਜਿਹੜਾ ਦੁਨਿਆਵੀ ਸਰੀਰ ਧਾਰੀ ਬੰਦਾ ਹੈ, ਉਹਨੂੰ ਠੰਡ ਲੱਗਦੀ, ਗੁਰੂ ਨੂੰ ਵੀ ਠੰਡ ਲੱਗਦੀ, ਨੇ ਕੰਬਲ ਦੇ ਦਿਓ ਮੋਟਾ ਜਿਹਾ ਲਿਆ ਕੇ। ਉਹਨੂੰ ਗਰਮੀ ਲੱਗਦੀ, ਇੱਥੇ ਏਸੀ ਲਾ ਦਿਓ ਲਿਆ ਕੇ। ਉਹਨੂੰ ਭੁੱਖ ਲੱਗਦੀ, ਇੱਥੇ ਵੀ ਲਿਆ ਕੇ ਤੁਸੀਂ ਨਾ ਥਾਲੀ ਐਨ ਪਰੋਸ ਕੇ ਪਰਦਾ ਤਾਣ ਦਿਓ, ਇੱਥੇ ਵੀ ਭੁੱਖ ਮਿਟ ਜਾਏਗੀ। ਅਸੀਂ ਗੁਰੂ ਨੂੰ ਇੱਕ ਦੇਹ ਸਮਝਣਾ ਸ਼ੁਰੂ ਕਰਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਜਿਹੜੀ ਹੈ, ਇਹ ਆਤਮਿਕ ਸਰੂਪ ਹੈ, 10 ਗੁਰੂਆਂ ਦਾ ਆਤਮਿਕ ਜੋਤ ਹੈ। ਆਤਮਾ ਨੂੰ ਭੁੱਖ ਨਹੀਂ ਲੱਗਦੀ, ਆਤਮਾ ਨੂੰ ਠੰਡ ਨਹੀਂ ਲੱਗਦੀ, ਆਤਮਾ ਸਾਡੇ ਸਰੀਰ ਦੇ ਅੰਦਰ ਹੈ। ਗੁਰਬਾਣੀ 10 ਗੁਰੂਆਂ ਦਾ ਆਤਮਿਕ ਸਰੂਪ ਹੈ। ਇਸ ਕਰਕੇ ਉਹ ਜਿਹੜੇ ਦੁਨਿਆਵੀ ਲੋਕ ਨੇ, ਉਹਨਾਂ ਨੇ ਲੋਕਾਂ ਨੂੰ ਭਰਮਾਂ ਚ ਪਾਇਆ, ਜੇ ਤੁਸੀਂ ਗੁਰੂ ਦੀ ਸੇਵਾ ਕਰਨੀ ਕੀ ਕਰੋਗੇ ਭਾਈ? ਉਹਦੇ ਲਈ ਸਰੀਰ ਗੁਰੂ ਹੋਣਾ ਚਾਹੀਦਾ। ਸਰੀਰ ਨੂੰ ਮੱਥਾ ਟੇਕੋਗੇ, ਸਰੀਰ ਦੇ ਪੈਰ ਤੁਸੀਂ ਜਿਹੜੇ ਆ ਉਹ ਧੋਵੋਗੇ, ਉਹ ਪੀਵੋਗੇ, ਸਰੀਰ ਜਿਹੜਾ ਹੈ ਉਹਨੂੰ ਤੁਸੀਂ ਪੱਖਾ ਝੱਲੋਗੇ, ਉਹਨੂੰ ਤੁਸੀਂ ਰੋਟੀ ਖਵਾਓਗੇ, ਉਹਨੂੰ, ਇਹ ਹੈ ਗੁਰੂ ਦੀ ਸੇਵਾ ਉਹ ਕਹਿੰਦੇ ਨੇ। ਪਰ ਗੁਰੂ ਦੀ ਸੇਵਾ ਦਾ ਇਹ ਅਰਥ ਹੀ ਨਹੀਂ ਹੈ। ਇਹ ਤੇ ਸਮੁੱਚਾ ਸੰਸਾਰ ਹੀ ਰੱਬ ਦਾ ਰੂਪ ਹੈ। ਜਿਹਦੀ ਮਰਜ਼ੀ ਤੁਸੀਂ ਇਦਾਂ ਦੀ ਸੇਵਾ ਕਰੋ, ਭੁੱਖਿਆਂ ਨੂੰ ਰੋਟੀ ਦਿਓ, ਵੀ ਰੱਬ ਦੀ ਸੇਵਾ ਹੈ। ਪਰ ਗੁਰੂ ਦੀ ਸੇਵਾ ਦਾ ਅਰਥ ਹੈ ਗੁਰੂ ਕੇ ਸ਼ਬਦ ਨਾਲ ਜੋੜਨਾ। ਗੁਰੂ ਕੀ ਸੇਵਾ ਦਾ ਅਰਥ ਹੈ ਗੁਰੂ ਕੇ ਬਚਨ ਮੰਨਣਾ। ਹੁਣ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਕਿਹਾ ਕਿ ਹਵਾ ਵੀ ਰੱਬ ਦੀ ਸੇਵਾ ਕਰ ਰਹੀ ਹੈ, ਪੌਣ ਵੀ ਰੱਬ ਦੇ ਹੁਕਮ ਅੰਦਰ ਚੱਲ ਰਹੀ ਹੈ। ਉਹ ਕਿਹੜੀ ਸੇਵਾ ਹੈ? ਗਾਵਨ ਤੁਧਨੋਂ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਹਵਾ ਕਿਵੇਂ ਗਾ ਰਹੀ ਹੈ ਜੀ ਰੱਬ ਨੂੰ? ਪਾਣੀ ਕਿਵੇਂ ਗਾ ਰਿਹਾ? ਧਰਤੀ ਕਿਵੇਂ ਗਾ ਰਹੀ? ਇਹ ਕਿਵੇਂ ਸੇਵਾ ਕਰ ਰਹੀ ਹੈ? ਹਵਾ ਸੇਵਾ ਕਰ ਰਹੀ ਕਿ ਹਵਾ ਰੱਬ ਦੀ ਰਜ਼ਾ ਵਿੱਚ ਹੈ, ਪਾਣੀ ਰੱਬ ਦੀ ਰਜ਼ਾ ਵਿੱਚ ਹੈ। ਬਸ ਗੁਰੂ ਦੀ ਸੇਵਾ ਹੈ ਗੁਰੂ ਦੀ ਰਜ਼ਾ ਵਿੱਚ ਆਉਣਾ। ਗੁਰੂ ਦੀ ਸੇਵਾ ਹੈ ਗੁਰੂ ਦੀ ਬਾਣੀ ਨਾਲ ਪਿਆਰ ਕਰਨਾ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਦੇ ਦਰ ਤੇ ਆ ਕੇ ਗੁਰੂ ਕੇ ਬਚਨਾਂ ਅਨੁਸਾਰ ਚੱਲਣਾ, ਇਹ ਗੁਰੂ ਕੀ ਸੇਵਾ ਹੈ। ਜੇ ਆਪਾਂ ਗੁਰੂ ਕੇ ਬਚਨ ਨਾ ਮੰਨੇ, ਮਾਫ ਕਰਨਾ, ਜਿੰਨੇ ਮਰਜ਼ੀ ਜੋੜੇ ਝਾੜੀ ਜਾਈਏ, ਸੇਵਾ 'ਚ ਨਹੀਂ ਗਿਣਿਆ ਜਾਣਾ। ਜੇ ਆਪਾਂ ਗੁਰੂ ਕੇ ਬਚਨ ਨਾ ਮੰਨੇ, ਜਿੰਨਾ ਮਰਜ਼ੀ ਅਸੀਂ ਪੱਖਾ ਚੱਲੀ ਜਾਈਏ, ਇਹ ਅਜੇ ਸੇਵਾ ਪ੍ਰਵਾਨ ਨਹੀਂ ਹੈ, ਅਭਿਆਸ ਹੈ, ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਸੇਵਾ ਕਰਨੀ ਨਹੀਂ ਹੈ, ਪਰ ਇਹ ਸੇਵਾ ਸਾਡੀ ਉਦੋਂ ਸਫਲ ਹੋਏਗੀ ਜਦੋਂ ਗੁਰੂ ਕੇ ਬਚਨ ਵੀ ਮੰਨਣੇ ਸ਼ੁਰੂ ਕਰ ਦੇਵਾਂਗੇ, ਫਲਦਾਇਕ ਹੋਏਗੀ। ਸਾਹਿਬ ਜੀ ਕਹਿੰਦੇ ਜਿਨੇ ਗੁਰੂ ਕੀ ਸੇਵਾ ਹੀ ਨਹੀਂ ਕੀਤੀ, ਉਹਨੇ ਤੇ ਆਪਣਾ ਜਨਮ ਹੀ ਬਿਰਥਾ ਗਵਾ ਲਿਆ, ਅਕਾਰਥ ਗਵਾ ਲਿਆ। ਉਹ ਸੇਵਾ ਜੋੜੇ ਝਾੜਨ ਦੀ ਅਸੀਂ ਇਸ ਕਰਕੇ ਕਰਦੇ ਹਾਂ, ਜਾਂ ਪੱਖਾ ਚੱਲਣ ਦੀ ਇਸ ਕਰਕੇ ਕਰਦੇ, ਜਾਂ ਗੁਰੂ ਕੇ ਲੰਗਰਾਂ ਸੇਵਾ ਇਸ ਕਰਕੇ ਕਰਦੇ ਹਾਂ, ਜਾਂ ਕਰਨੀ ਚਾਹੀਦੀ ਹੈ ਕਿ ਜੋੜੇ ਝਾੜਦੇ ਹਾਂ ਸਾਡਾ ਮਨ ਗੁਰੂ ਕੇ ਸ਼ਬਦ ਨਾਲ ਜੁੜ ਜਾਏ। ਜੋੜੇ ਝਾੜਦੇ ਹਾਂ ਸਾਡੇ ਅੰਦਰ ਨਿਮਰਤਾ ਆ ਜਾਏ। ਜਿਵੇਂ ਜੋੜਾ ਹੈ ਨੀਵਾਂ, ਸਾਡਾ ਮਨ ਵੀ ਨੀਵਾਂ ਹੋ ਜਾਏ। ਪੱਖਾ ਚੱਲਦੇ ਹਾਂ ਸਾਡੇ ਅੰਦਰ ਨਿਮਰਤਾ ਆ ਜਾਏ। ਇਸ ਕਰਕੇ ਉਹ ਸੇਵਾ ਬਹੁਤ ਜ਼ਰੂਰੀ ਹੈ, ਸਾਨੂੰ ਸਤਿਗੁਰੂ ਜੀ ਨੇ ਦਿੱਤੀ ਹੈ। ਉਹ ਕਰਨੀ ਤੇ ਕਰਨ ਵਾਲੇ ਵਡਭਾਗੀ ਨੇ। ਜਦੋਂ ਸਾਡਾ ਮਨ ਗੁਰੂ ਕੇ ਸ਼ਬਦ ਨਾਲ ਜੁੜ ਗਿਆ, ਸਮਝੋ ਸਾਡੀ ਸੇਵਾ ਪ੍ਰਵਾਨ ਹੋ ਗਈ। ਤੇ ਗੁਰਦੇਵ ਜੀ ਨੇ ਬਚਨ ਕੇ ਜਿਹੜੇ ਗੁਰੂ ਰਾਹੀਂ ਗੁਰਮੁਖ ਬਣ ਕੇ ਪ੍ਰਮਾਤਮਾ ਦੇ ਪਿਆਰ ਜੁੜ ਗਏ, ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ। ਉਹ ਮਨੁੱਖ ਜ਼ਿੰਦਗੀ ਅੰਦਰ ਪੂਰੇ ਹੋ ਗਏ। ਪੂਰੇ ਦਾ ਅਰਥ ਪਰਫੈਕਟ, ਵੱਡੇ ਭਾਗਾਂ ਵਾਲੇ ਬਣ ਗਏ। ਉਹਨਾਂ ਦੇ ਭਾਗ ਜਾਗ ਪਏ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਆਪਣੀ ਸੇਵਾ 'ਚ ਲਗਾ ਲਿਆ। ਉਹ ਹਰ ਪ੍ਰਾਣੀ ਜਿਹੜਾ ਕਿਸੇ ਵੀ ਤਰੀਕੇ ਨਾਲ ਗੁਰੂ ਦੀ ਸੇਵਾ ਕਰ ਰਿਹਾ, ਬਹੁਤ ਵੱਡੇ ਭਾਗਾਂ ਵਾਲੇ। ਔਰ ਸਤਿਗੁਰੂ ਜੀ ਨੇ ਤੇ ਇਹੋ ਜਿਹੇ ਗੁਰਸਿੱਖਾਂ ਦੀ ਚਰਨ ਧੂੜ ਮੰਗੀ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ, ਜਿਹੜੇ ਗੁਰੂ ਕੀ ਸੇਵਾ 'ਚ ਲੱਗੇ ਹੋਏ ਨੇ। ਸਾਹਿਬ ਜੀ ਕਹਿੰਦੇ ਉਹ ਮਨੁੱਖ ਵੱਡੇ ਭਾਗਾਂ ਵਾਲੇ ਨੇ। ਉਹ ਮਨੁੱਖ ਜ਼ਿੰਦਗੀ ਅੰਦਰ ਪੂਰੇ ਬਣ ਗਏ, ਪਰਫੈਕਟ ਬਣ ਗਏ, ਜਿਹੜੇ ਗੁਰੂ ਕੀ ਸੇਵਾ 'ਚ ਲੱਗ ਗਏ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਗੁਰੂ ਕੀ ਸੇਵਾ 'ਚ ਲਾ ਲਿਆ। ਔਰ ਜਿਹੜੇ ਗੁਰੂ ਕੀ ਸੇਵਾ 'ਚ ਲੱਗ ਗਏ, ਸਾਹਿਬ ਜੀ ਉਹਨਾਂ ਦੀ ਵਡਿਆਈ ਕਰਦੇ ਇੱਕ ਬਚਨ ਕਿ ਜੋ ਇੱਛੇ ਸੋਈ ਫਲ ਪਾਵੇਂ, ਗੁਰਬਾਣੀ ਸੁਖ ਪਾਏ। ਉਹ ਜੋ ਚਾਹਣ ਉਹਨਾਂ ਨੂੰ ਮਿਲ ਜਾਂਦਾ। ਦੇਖੋ ਗੁਰੂ ਕਾ ਸੇਵਾਦਾਰ ਕਿੰਨਾ ਮਹਾਨ ਬਣ ਜਾਂਦਾ। ਅਸੀਂ ਤੇ ਇੱਕ ਚੀਜ਼ ਮੰਗਦੇ, ਕਰੋ ਜੀ ਅਰਦਾਸ ਸਾਨੂੰ ਆਹ ਮਿਲ ਜਾਏ। ਕੋਈ ਕਿੱਥੇ ਤਾਂ ਜਾਂਦਾ ਜੀ ਆਹ ਮਿਲ ਜਾਏ। ਆਪਾਂ ਦੇਖਦੇ ਹੀ ਹਾਂ ਸਾਰੇ ਲੋੜਵੰਦ ਇੱਧਰ ਉੱਧਰ ਜਾ ਰਹੇ ਨੇ, ਆ ਰਹੇ ਨੇ। ਲੇਕਿਨ ਗੁਰਬਾਣੀ ਸਾਨੂੰ ਇੱਧਰ ਉੱਧਰ ਭਟਕਣ ਦੀ ਗੱਲ ਨਹੀਂ ਕਰਦੀ ਕਿ ਤੁਸੀਂ ਇਹ ਚੀਜ਼ ਲੈਣੀ ਤੇ ਫਲਾਣੇ ਥਾਂ ਚੱਲ ਜਾਓ। ਅਸੀਂ ਤੇ ਨਾ ਜਿਵੇਂ ਬਾਜ਼ਾਰ 'ਚ ਨਹੀਂ ਹੁੰਦਾ, ਕੱਪੜਾ ਲੈਣਾ ਤੇ ਕੱਪੜੇ ਦੀ ਦੁਕਾਨ ਤੇ ਜਾਓ, ਕੋਈ ਤੁਸੀਂ ਖਾਣ ਪੀਣ ਵਾਲੀ ਚੀਜ਼ ਲੈਣੀ ਕਰਿਆਨੇ ਦੀ ਦੁਕਾਨ ਤੇ ਜਾਓ, ਹੋਰ ਤੁਸੀਂ ਕੋਈ ਮੋਟਰ ਪਾਰਟ ਲੈਣਾ ਤੇ ਮੋਟਰ ਪਾਰਟ ਦੀ ਦੁਕਾਨ ਤੇ ਜਾਓ। ਧਰਮ ਦੀ ਦੁਨੀਆ 'ਚ ਇਹੀ ਕੁਝ ਬਣਿਆ। ਪੁੱਤਰ ਲੈਣਾ ਤੇ ਫਲਾਣੇ ਤਾਂ ਚੱਲ ਜਾਓ, ਆਖੋ ਸਤਨਾਮ ਸ੍ਰੀ ਵਾਹਿਗੁਰੂ।
ਇੰਨੀਆਂ ਮੱਸਿਆ ਨਹਾ ਲਓ, ਉੱਥੇ ਪੁੱਤਰ ਮਿਲ ਜਾਏਗਾ, ਫਲਾਣੇ ਥਾਂ ਜਾਓਗੇ ਤੁਹਾਡਾ ਰੋਗ ਕੱਟਿਆ ਜਾਏਗਾ, ਉੱਥੇ ਜਾਓਗੇ ਤੁਹਾਡਾ ਚਮੜੀ ਦਾ ਰੋਗ ਕੱਟਿਆ ਜਾਏਗਾ। ਇੱਦਾਂ ਹੀ ਬਣ ਗਿਆ ਨਾ ਧਰਮ ਦਾ ਇਸ ਵੇਲੇ ਨਿਜ਼ਾਮ ਜਿਹੜਾ ਹੈ। ਪਰ ਸਤਿਗੁਰੂ ਜੀ ਨੇ ਸਾਨੂੰ ਇਹ ਨਹੀਂ ਕਿਹਾ। ਸਤਿਗੁਰੂ ਜੀ ਕਹਿੰਦੇ ਜਿਹੜਾ ਸਤ ਸੰਗਤ ਰਹੀ, ਗੱਲ ਇੱਥੋਂ ਸ਼ੁਰੂ ਕੀਤੀ ਸੀ ਸਤਿਗੁਰੂ ਜੀ ਨੇ, ਮੇਰੇ ਹਰ ਜੀਓ ਸਤ ਸੰਗਤ ਮੇਲ ਆਏ, ਮੈਨੂੰ ਸਤ ਸੰਗਤ ਨਾਲ ਮਿਲਾ ਲਓ। ਜਿਹੜੇ ਸਤ ਸੰਗਤ ਰਾਹੀਂ ਗੁਰੂ ਕੇ ਸ਼ਬਦ ਨਾਲ ਜੁੜ ਗਏ, ਜਿਹੜੇ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਪਿਆਰ 'ਚ ਲਵਲੀਨ ਹੋ ਗਏ, ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਇੱਛੇ ਸੋਈ ਫਲ ਪਾਵੇ, ਗੁਰਬਾਣੀ ਸੁਖ ਪਾਏ। ਸਤ ਸੰਗਤ ਰਾਹੀਂ ਸਾਡੀ ਸਾਂਝ ਗੁਰਬਾਣੀ ਨਾਲ ਬਣਦੀ ਹੈ, ਤੇ ਗੁਰਬਾਣੀ ਨਾਲ ਜਿਹੜੇ ਪ੍ਰਮਾਤਮਾ ਦੇ ਪਿਆਰ ਜੁੜ ਗਏ ਉਹ ਜੋ ਚਾਹਣ ਉਹਨਾਂ ਨੂੰ ਮਿਲ ਜਾਂਦਾ ਹੈ। ਵਾਹਿਗੁਰੂ ਜੀ ਨੇ ਮਨੁੱਖ ਦੇ ਅੰਦਰ ਇੰਨੀ ਸਮਰੱਥਾ ਰੱਖੀ ਹੈ ਕਿ ਮਨੁੱਖ ਜੋ ਚਾਹੇ ਉਹ ਬਣ ਸਕਦਾ। ਕੇਵਲ ਮਨੁੱਖ, ਕੋਈ ਕਾਂ ਜਿਹੜਾ ਉਹ ਜੋ ਚਾਹੇ ਨਹੀਂ ਬਣ ਸਕਦਾ, ਕੋਈ ਪਸ਼ੂ ਜਿਹੜਾ ਉਹ ਜੋ ਚਾਹੇ ਨਹੀਂ ਬਣ ਸਕਦਾ, ਕੋਈ ਹੋਰ ਜੁਨੀਆਂ ਜਿਹੜੀਆਂ ਜੋ ਚਾਹਣ ਨਹੀਂ ਬਣ ਸਕਦੀਆਂ। ਇਹ ਪੋਸੀਬਿਲਿਟੀ ਕੇਵਲ ਮਨੁੱਖ ਦੇ ਅੰਦਰ ਹੈ। ਜੋ ਚਾਹੇ ਉਹ ਬਣ ਸਕਦਾ, ਜੋ ਚਾਹੇ ਉਹ ਪ੍ਰਾਪਤ ਕਰ ਸਕਦਾ। ਗੁਰਬਾਣੀ ਨੇ ਇਹ ਗੱਲ ਕਿ ਜੋ ਮੰਗੋ ਸੋਈ ਸੋਈ ਪਾਵੋ, ਜੋ ਮੰਗੋਗੇ ਮਿਲ ਜਾਏਗਾ। ਔਰ ਉਹਦੇ ਲਈ ਇੱਕ ਸ਼ਰਤ ਹੈ, ਕੰਡੀਸ਼ਨ ਹੈ, ਸਿਵ ਹਰ ਕੇ ਚਰਨ ਰਸਾਇਣ। ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਓ। ਚਰਨਾਂ ਦਾ ਅਰਥ ਕੋਈ ਇਹ ਸਰੀਰਕ ਪੈਰ ਨਹੀਂ ਹੈ। ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਨ ਦਾ ਅਰਥ ਹੈ ਕਿ ਵਾਹਿਗੁਰੂ ਜੀ ਦੇ ਗੁਣਾਂ ਨਾਲ ਜੁੜ ਜਾਓ। ਰੱਬੀ ਗੁਣ ਆਪਣੀ ਜ਼ਿੰਦਗੀ 'ਚ ਲਿਆਓ। ਉਹ ਗੁਣ ਕਿਹੜਾ ਹੈ? ਦਇਆ, ਪਿਆਰ, ਸੰਤੋਖ, ਸਹਿਣਸ਼ੀਲਤਾ, ਨਿਮਰਤਾ। ਇਹ ਆਪਣੇ ਅੰਦਰ ਲਿਆਓ, ਜੋ ਚਾਹੋਗੇ ਮਿਲ ਜਾਏਗਾ। ਫਿਰ ਤੇ ਮਨੁੱਖ ਮੰਗੇਗਾ ਨਹੀਂ। ਹੁਣ ਇੱਕ ਰਾਜਾ ਜਿਹੜਾ ਹੈ ਨਾ, ਉਹਨੂੰ ਪਤਾ ਹੈ ਕਿ ਮੇਰੇ ਖਜ਼ਾਨੇ 'ਚ ਸਭ ਕੁਝ ਹੈ, ਜਦੋਂ ਚਾਹੇਗਾ ਮੇਰੀ ਲੋੜ ਪੂਰੀ ਹੋ ਜਾਣੀ। ਮੰਗਣ ਲਈ ਨਹੀਂ ਜਾਣਾ ਕਿਆ ਮੈਨੂੰ ਚਾਹੀਦਾ, ਉਹਨੂੰ ਪਤਾ ਹੈ। ਮਨੁੱਖ ਨੂੰ ਇੱਕ ਇਹੋ ਜਿਹੀ ਬਿਰਤੀ ਮਿਲੇਗੀ, ਮਨੁੱਖ ਇੱਕ ਇਹੋ ਜਿਹੀ ਸੁਰਤ ਦਾ ਮਾਲਕ ਬਣ ਜਾਂਦਾ ਹੈ। ਉਹ ਦੇਖਦਾ ਹੈ ਕਿ ਮੇਰੇ ਲਈ ਤੇ ਰੱਬ ਨੇ ਸਭ ਕੁਝ ਹੀ ਬਣਾਇਆ ਹੋਇਆ, ਮੈਨੂੰ ਕੀ ਭਟਕਣ ਦੀ ਲੋੜ ਹੈ। ਉਹ ਫਿਰ ਆਪਣੇ ਘਰ 'ਚ ਆਨੰਦ 'ਚ ਬੈਠ ਜਾਂਦਾ ਹੈ। ਜਿਵੇਂ ਬੈਂਕ ਵਿੱਚ ਭਾਵੇਂ ਪੈਸੇ ਪਏ ਹੋਣ ਨਾ, ਬੰਦਾ ਬੜਾ ਬੇਫਿਕਰ ਹੁੰਦਾ ਹੈ। ਉਹਨੂੰ ਪਤਾ ਕਿ ਹੈਗੇ ਨਹੀਂ ਚਾਰ ਪੈਸੇ, ਕੋਈ ਗੱਲ ਨਹੀਂ ਹੈ। ਜਿਸ ਮਨੁੱਖ ਨੂੰ ਪਤਾ ਹੈ ਕਿ ਮੇਰੇ ਲਈ ਤੇ ਵਾਹਿਗੁਰੂ ਜੀ ਨੇ ਬਹੁਤ ਵੱਡਾ ਭੰਡਾਰ ਰੱਖਿਆ ਹੋਇਆ ਹੈ, ਉਹ ਭਟਕਦਾ ਨਹੀਂ ਹੈ, ਉਹ ਚਿੰਤਾ 'ਚ ਨਹੀਂ ਜਾਂਦਾ। ਉਹਦੇ ਅੰਦਰ ਸਹਿਸਾ ਨਹੀਂ ਹੁੰਦਾ ਕਿ ਕੱਲ ਨੂੰ ਕੀ ਬਣੇਗਾ, ਨਿਆਣਿਆਂ ਦਾ ਕੀ ਬਣੇਗਾ, ਨਿਆਣਿਆਂ ਦਾ ਕੀ ਬਣੇਗਾ। ਆਪਾਂ ਇਸੇ 'ਚ ਜਿਉ ਰਹੇ ਨਾ, ਹੁਣ ਨਾ ਕੀਤਾ ਤੇ ਅਗਲੇ ਸਾਲ ਕੀ ਬਣੇਗਾ, ਬੱਚੇ ਕੀ ਕਰਨਗੇ, ਬੱਚਿਆਂ ਦੀ ਜ਼ਿੰਦਗੀ। ਅਸੀਂ ਆਪਣੀ ਜ਼ਿੰਦਗੀ ਨੂੰ ਭੁਲਾ ਕੇ ਨਾ ਸਾਨੂੰ ਬੱਚਿਆਂ ਦੀ ਚਿੰਤਾ ਲੱਗੀ ਹੋਈ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੱਚੇ ਜਿਹੜੇ ਨੇ ਉਹਨਾਂ ਦਾ ਪ੍ਰਮਾਤਮਾ ਆਪ ਰਖਵਾਲਾ ਹੈ। ਜਿਸ ਵਾਹਿਗੁਰੂ ਨੇ ਉਹਨਾਂ ਨੂੰ ਜ਼ਿੰਦਗੀ ਦਿੱਤੀ, ਉਹਨਾਂ ਨੂੰ ਰੋਟੀ ਪਾਣੀ ਖਾਣ ਲਈ ਬੜੇ ਬਹਾਨੇ ਬਣਾਏ ਨੇ ਪ੍ਰਮਾਤਮਾ ਨੇ। ਜ਼ਰੂਰੀ ਨਹੀਂ ਕਿ ਜੋ ਕੁਝ ਅਸੀਂ ਕਮਾਉਣਾ ਉਹੀ ਬੱਚਿਆਂ ਨੇ ਖਾਣਾ। ਕਈ ਵਾਰੀ ਸਾਡਾ ਕਮਾਇਆ ਧਰਿਆ ਧਰਾਏ ਰਹਿ ਜਾਂਦਾ, ਬੱਚੇ ਉਡਾਰੂ ਹੋ ਜਾਂਦੇ, ਲੰਬੇ ਚੱਲ ਜਾਂਦੇ ਨੇ। ਜ਼ਰੂਰੀ ਨਹੀਂ ਜੋ ਕੁਝ ਅਸੀਂ ਦੇਣਾ ਉਹ ਬੱਚਿਆਂ ਨੇ ਖਾਣਾ। ਸਾਨੂੰ ਬੱਚਿਆਂ ਦੀ ਪਰਵਰਿਸ਼ ਕਰਨ ਦੇ ਨਾਲ ਨਾਲ ਉਹਨਾਂ ਨੂੰ ਸ਼ੁਭ ਸੰਸਕਾਰ ਦੇਣੇ ਚਾਹੀਦੇ ਨੇ। ਸਾਨੂੰ ਨਾਲ ਨਾਲ ਆਪਣੇ ਜੀਵਨ ਦਾ ਖਿਆਲ ਰੱਖਣਾ ਚਾਹੀਦਾ ਹੈ। ਸਾਡੀ ਤਾਂ ਹਾਲਤ ਇਹ ਹੈ, ਜਿਵੇਂ ਭਾਈ ਸਾਹਿਬ ਜੀ ਨੇ ਕਿਹਾ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੀ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਜਿਹੜਾ ਸਮਾਂ ਲੰਘ ਗਿਆ ਨਾ, ਉਹਨੂੰ ਸੋਚ ਸੋਚ ਕੇ ਐਵੇਂ ਝੂਰੀ ਚਲੇ ਜਾਂਦੇ। ਕਿਤੇ ਪਿਛਲੇ ਸਾਲ ਆ ਹੋ ਜਾਂਦਾ, ਉਦੋਂ ਪਿਛਲੇ ਸਾਲ ਆਇਆ, ਕਿਤੇ 10 ਸਾਲ ਪਹਿਲਾਂ ਆ ਹੋ ਜਾਂਦਾ, ਕਿਤੇ ਆਹ ਕਰ ਲੈਂਦੇ, ਬਚਪਨ ਤੋਂ ਝੂਰੀ ਚਲੇ ਜਾਂਦੇ ਆ। ਜਿਹੜਾ ਸਮਾਂ ਲੰਘ ਗਿਆ ਉਹ ਤੇ ਵਾਪਸ ਨਹੀਂ ਆਉਣਾ। ਤੇ ਜਿਹੜਾ ਅਜੇ ਆਇਆ ਹੀ ਨਹੀਂ ਹੈ, ਅਗਲੇ ਸਾਲ ਆਹ ਕਰਾਂਗੇ, ਨਿਆਣੇ ਆਹ ਕਰ ਲੈਣਗੇ, ਆਹ ਵੱਡਾ ਮੁੰਡਾ ਆਹ ਕਰ ਲੇਗਾ, ਛੋਟਾ ਆਹ ਕਰ ਲੇਗਾ, ਉਹ ਪਹਿਲਾਂ ਹੀ ਅਸੀਂ ਸੋਚ ਸੋਚ ਕੇ ਚਿੰਤਾ 'ਚ ਪਏ ਹੋਏ ਆ। ਸਾਡਾ ਅੱਜ ਖਰਾਬ ਹੋ ਰਿਹਾ ਫਿਊਚਰ, ਤੇ ਆਪਾਂ ਪਾਸਟ ਨੂੰ ਯਾਦ ਕਰਕੇ ਆਪਣਾ ਪ੍ਰੈਜੈਂਟ ਖਰਾਬ ਕਰੀ ਚਲੇ ਜਾਂਦੇ। ਅੱਜ ਵਿੱਚ ਜਿਉਣ ਦੀ ਗੱਲ ਹੈ। ਜੇ ਤੁਸੀਂ ਅੱਜ ਸੁਖੀ ਹੋ ਤੇ ਤੁਹਾਡਾ ਕੱਲ ਯਕੀਨਨ ਵਧੀਆ ਆਏਗਾ। ਜੇ ਅੱਜ ਤੁਸੀਂ ਆਨੰਦ 'ਚ ਹੋ, ਤੁਹਾਡੇ ਕੱਲ ਦੇ ਆਨੰਦ ਨੂੰ ਕੋਈ ਵਿਗਾੜ ਨਹੀਂ ਸਕਦਾ। ਯਤਨ ਕਰੀਏ ਕਿ ਅੱਜ ਅਸੀਂ ਸੁਖੀ ਰਹਿਣਾ। ਅੱਜ ਸੁਖੀ ਰਹਿਣ ਦਾ ਇੱਕੋ ਇੱਕ ਤਰੀਕਾ ਹੈ ਕਿ ਸਵੇਰੇ ਉੱਠਦਿਆਂ ਸਾਰ ਇੱਕ ਵਾਰੀ ਉਸ ਪਰਮ ਪਿਤਾ ਪ੍ਰਮਾਤਮਾ ਦਾ ਐਨ ਤਹਿ ਦਿਲੋਂ ਧੰਨਵਾਦ ਕਰ ਦਈਏ। ਭਾਵੇਂ ਇੱਕ ਸਕਿੰਟ 'ਚ ਕਰੀਏ, ਧੰਨਵਾਦ ਕਰ ਦਿਓ। ਵਨ ਸਮਾਲ ਪਾਈਟਿਵ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯੂਰ ਹੋਲ ਡੇ। ਤੁਹਾਡੇ ਸਾਰੇ ਦਿਨ ਨੂੰ ਬਦਲ ਦੇਵੇਗੀ ਇੱਕ ਛਿਨ ਜਿਹੜੀ ਹੈ। ਤੁਹਾਡਾ ਸਾਰਾ ਦਿਨ ਸੁਹੇਲਾ ਹੋ ਜਾਏਗਾ, ਸੁਖੀ ਹੋ ਜਾਏਗਾ। ਗੁਰਦੇਵ ਕਹਿੰਦੇ ਜਿਹੜੇ ਸਤ ਸੰਗਤ ਰਾਹੀਂ ਉਸ ਪਰਮ ਪਿਤਾ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਗਏ, ਉਹ ਵਾਹਿਗੁਰੂ ਜੀ ਨੇ ਉਹਨਾਂ ਨੂੰ ਵਡਿਆਈ ਦੇ ਦਿੱਤੀ। ਜਮ ਉਹਨਾਂ ਦੇ ਨੇੜੇ ਨਹੀਂ ਆ ਸਕਦਾ, ਉਹਨਾਂ ਦੇ ਨੇੜੇ ਕੋਈ ਵਿਕਾਰ ਨਹੀਂ ਆ ਸਕਦਾ। ਇਹ ਮਮਤਾ ਆਦਿਕ ਦੁਬਤਾ ਆਦਿਕ ਰੋਗ ਉਹਨਾਂ ਦੇ ਕੱਟੇ ਗਏ।
सतगुरु जी कहते वो गुरु की सेवा चला के वड्डे भागों वाले बन गए। वो जो चाहते हैं उन्होंने मिल जाता है, वो जो चाहन वो कर सकते हैं। वाहिगुरु जी ने मनुख के अंदर इन्नी समर्था रखी है कि वो जो चाहे प्राप्त कर सकता है। ਉਹਦੇ ਲਈ शर्त यह है कि सत संगत नाल सांझ बनी, गुरबाणी नाल। देखो सतगुरु जी ने अरंभता की सी कि वाहिगुरु जी सत संगत विच लै आओ, पर सत संगत विच आके करना कि जो राम नाम चित लाए, जिन्हां दी सत संगत विच आके वाहिगुरु जी दे नाम सुरत जुड़ गई, वो दुविधा तो मुक्त हो गए। बाकी सारी दुनिया दुविधा विच मुक्त भटक रही है, भरम रही है, रोगी है। इसे करके जमा का डंडा उन्होंने नित सिर ते खड़कदा है। जमा का डंडा मारन तो बाद है या नहीं है वो गल वखरी, उस बह च आपां नहीं पैंदे। साडे ते जिउंदे जी खड़क रहे, जिउंदे जी साडे सिर ते जमकाल सह सिर डंडा, है जिउंदे जी की गल है। साकत हर साध न जानिया तिन अंतर होमे कंडा है, ज्यों ज्यों चले चुभे दुख पावे जमकाल सह सिर डंडा है। ज्यों ज्यों चलने का अर्थ कि ज्यों ज्यों असीं धरती ते विचरदे हैं, जिउ रहे हैं, वो जिहड़ा हंकार का कंडा है वो सानूं चुभदा है, त्यों त्यों साडे सिर ते जमा का डंडा खड़कदा है। देखो हंकार नाल किन्ने पीड़ित ने, जमा का डंडा है। चिंता दे नाल किन्ने असीं दुखी हो जाने, डिप्रैशन चले जाने, ये जमा का डंडा है। कई तरह दीयां बलामतां फिक्र सानूं लगे ने, झोरे लगे ने, ये जमा का डंडा है। साडे अंदर क्रोध आ जाना, ये जमा का डंडा है। साडे अंदर अनेक तरह दीयां आउण वाली जिंदगी दे सहम, ये जमा का डंडा तो यही है। बाद च जिहड़ा चलना उहदा ते पता नहीं होने वाला, तो चल ही रहे आपां। ज्यों ज्यों चले चुभे दुख पावें जमकाल सह सिर डंडा है। जमा का डंडा ये है, जमकाल का डंडा ये है। पर जेड़े गुरु के राही वाहिगुरु जी के प्यार में जुड़ गए, गुरु की सेवा च जुड़ गए, सतगुरु जी कहते वड्डे भागां वाले ने, क्योंकि वो जो चाहण उन्होंने मिल सकता है। परमात्मा दे जेड़े भगत ने, जिवें आपां देखते हैं कोई आग्याकार बच्चा नहीं हुंदा, माँ प्यो सारियां ही जिम्मेवारियां अपने बच्चे के सिर ते रखते, सब इत कारोबार तेरा ही है, जो मर्जी कर, जो मर्जी ना कर। एक सियाणा बच्चा जिहड़ा होनहार बच्चा, आग्याकार बच्चा हुंदा है। जिहड़े परमात्मा दे आग्याकारी बन गए, परमात्मा ने सारे खजाने उन्हां दे हवाले कर दिते, सब कुछ उन्होंने दे दिता। परमात्मा साडा बाप है, वो परमात्मा साडी माँ है। जो माँ बाप दे आपां आग्याकारी रवांगे तो कादी रहेगी सानू कमी। रोज अरदास कर दे, तुम मात पिता हम बारक तेरे, तुमरी कृपा में सुख नेरे। पर असीं उस अपने मात पिता दे प्यार नूं लै सकीए, उहदे लई सानू साडे गुरु ने दित्ती सत संगत, उहदे लई साडे गुरु ने दित्ती सानू गुरबाणी। गुरबाणी ते सत संगत साडे जीवन नूं सवारदी है, सोहणिया बनाउंदी, ताकि असीं अपने बापू नूं प्यारे लगीए। गुरबाणी जिंदगी नूं सवारन लई है। गुरबाणी मंत्रां वांगू पढ़ ली नहीं कि 31 पढ़ांगे तो यह मिलेगा, 32 पढ़ांगे तो यह मिले, इहदे लई नहीं है। भावें कि अज धर्म की दुनिया च इदां ही असीं जी रहे हैं, क्योंकि अक्सर गवांढियां की अकल आ जाती है। वो गवांढियां की अकल असीं लै लई। पंडित कहंदे सन यह मंत्र इन्नी वारी पढ़ो, जोगी कहंदे है, आपां कहंदे शब्द इन्नी वारी पढ़ो। बई चंगी गल है, पढ़ना माड़ी गल नहीं है। पर गुरबाणी का जो सिद्धांत यह है, गुरबाणी नूं समझो, गुरबाणी अनुसार जिंदगी जियो। जे तुसी गुरबाणी अनुसार अपने आप नूं सवारना शुरू कर दिता, गुरबाणी नूं समझना शुरू कर दिता, जिन्ना जिन्ना सवारदे जाओगे। देखो गुरु का एक वचन पढ़ के उन्हें कमाना शुरू कर दो कि सतगुरु जी कहने अमृत वेले उठो, गुरु सतगुरु का जो सिख अखाए सो भड़ के उठ हर नाम ते आवे। अमृत वेले उठ के रब दे प्यार जोड़ना शुरू कर दिओ तुसी। ये तो काम साडे वस च ही है ना, ये तो बाहरों नहीं ना लियाउणा कितों। ਤੁਹਾਡਾ दिन सुहेला हो जाएगा। तो आम दुनिया के लोगों ने क्या कि अर्ली टू बैड अर्ली टू राइज, सवेरे सिर सौ वेले सिर उठो, तुसी हेल्दी भी हो जाओगे, वेल्दी भी हो जाओगे, हैप्पी भी हो जाओगे। तुसी तुहानू खुशी भी मिलेगी, तुहानू दौलत भी मिलेगी, तुहानू तंदुरुस्ती भी मिलेगी। ये दुनियावी लोगों के कड्डे तत्त ने। ते गुरबाणी ये गल कहंदी, जे तुसी अमृत वेले उठोगे ना, जिहड़े अमृत वेले उठदे ने उत्थे अमृत वंडी है। इत्थे ते अमृत वंडिया जांदा है। तिना दरियावां सो दोस्ती। अमृत वेले ते तुहाडी सांझ दरियावां नाल बनदी है, समुद्र नाल बनदी है। अमृत वेला ते इन्ना महान है कि मनुख दे तन दे रोगां नूं, मन दे रोगां नूं, कल कलेश नूं सਦੀवी तौर ते दूर कर दिंदा है। सतगुरु जी ने इस मुख वाक राहीं सानू प्रेरणा दी है और अरदास करिए, हर जियो सत संगत में लाए। हे वाहिगुरु सानू सत संगत नाल मिला दिओ। सत संगत बहुत महान है। आप भी अपन सत संगत की महानता नूं समझिए। वडभागी जिहड़े तुसी गुरु चरणां नाल जुड़े हो। ये गुरुद्वारे सत संगत लई ने। ये गुरुद्वारे को आउण जाण लई नहीं आए तो प्रसाद लिया चले गए, कम बन जाएगा जी आया नूं। ये गुरुद्वारे साडा स्कूल ने।
ये गुरुद्वारे साडी चाड़साल ने, इथों असीं ज्ञान लैना है, पर ज्ञान तो तां ही लवांगे ना जेकर आके बैठांगे, इहो जिहा माहौल बनेगा। आओ आपां सारे रल मिल के यतन करिए कि साडा ये सत्संगत का माहौल होर महान बने, होर प्रफुल्लित होए, वध तों वध आपां गुरु की हजूरी जुड़ सकीए। समा सहजे सहजे ठीक हो रहा है, वो जिहड़ी बला आई सी सहजे सहजे टल रही है, पर आपां गुरु घर दे नाल सांझ पाईए, गुरुद्वारे च उस तरह फिर रौनकां लगण। अज दीयां इन्नियां बेनतियां प्रवान करनियां। भुल चुक दी खिमा जी। सतगुरु सारिਆਂ ਨੂੰ अपने दरों करो नाम बाणी का प्यार बख्शिश करन और घरां विच सुख शांति अति चढ़दी कला दी दात बख्शन जी। प्यार अदब सहित बुलाओ। वाहिगुरु जी का खालसा वाहिगुरू।